बच के रही ਕੰਨ ਵਿੰਨ ਦੇਣਗੇ, बच के रही ਕੰਨ ਵਿੰਨ ਦੇਣਗੇ, ਮੁੜ ਕੇ ਆਏ ਹੋਏ ਨੇ ਵਣਜਾਰੇ, ਉਹੀ ਲੋਕ ਉਹੀ ਲੀਡਰ ਤੇ ਪਿਛਲੇ 75 ਸਾਲਾਂ ਤੋਂ ਉਹੀ ਨੇ ਲਾਰੇ। ਵੀ 32 ਨਵਾਂ ਸ਼ਹਿਰ ਦੇਖ ਰਹੇ ਹੋ, ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਿਨੇਸ਼ ਸੂਰੀ। ਤੁਸੀਂ ਸ਼ੇਅਰ ਤੋਂ ਅੰਦਾਜ਼ਾ ਲਾ ਲੈਂਦੇ ਵੀਡੀਓ ਕਿਸ ਬਾਬਤ ਹੋਣ ਵਾਲੀ ਹੈ। ਦੋਸਤੋ, ਵਣਜਾਰਿਆਂ ਦੀ ਗੱਲ ਕੀਤੀ ਹੈ, ਵਣਜਾਰੇ ਕੰਨ ਬੰਨਣ ਵਾਲੇ ਨਹੀਂ, ਵੋਟਾਂ ਵਾਲਿਆਂ ਦੀ ਗੱਲ ਕੀਤੀ ਹੈ। ਔਰ ਮਾਹੌਲ ਜਿਹੜਾ ਬੜਾ ਸਰਗਰਮ ਹੈ। ਔਰ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਸ਼ੁਕਰਾਨਾ ਕਰਨਾ ਚਾਹਾਂਗਾ, ਕਿਉਂਕਿ ਤੁਸੀਂ ਜਿਹੜਾ ਸਾਡਾ ਗਾਣਾ ਸੀ 10 ਤਰੀਕ ਨੂੰ ਲਾਂਚ ਕੀਤਾ ਸੀ, ਤੁਸੀਂ ਉਹਨੂੰ ਬੜਾ ਪਿਆਰ ਦਿੱਤਾ, ਲੇਕਿਨ ਕਿੰਨੇ ਕਾਰਨਾਂ ਕਰਕੇ ਅਸੀਂ ਜਿਹੜਾ ਉਹਨੂੰ ਹੋਲਡ ਕੀਤਾ ਹੋਇਆ, ਦੁਬਾਰਾ ਰੀਲਾਂਚ ਕਰਾਂਗੇ ਆਫਟਰ 20th, ਕਿਉਂਕਿ ਇਲੈਕਸ਼ਨ ਦਾ ਟਾਈਮ ਚੱਲ ਰਿਹਾ ਔਰ ਉਹ ਹੋਲਡ ਤੇ ਹੋ ਗਿਆ। ਹੁਣ ਉਹਨੂੰ ਦੁਬਾਰਾ ਅਸੀਂ ਜਿਹੜਾ ਰਿਲੀਜ਼ ਕਰਾਂਗੇ, ਪਰ ਫਿਰ ਵੀ ਫੇਸਬੁੱਕ ਤੇ ਹੈ, ਪ੍ਰਮੋਸ਼ਨ ਬਹੁਤ ਹੀ ਨਹੀਂ ਕਰ ਪਾਈ। ਪਰ ਹਾਲ ਦੀ ਘੜੀ ਜਿਹੜੇ ਹਾਲਾਤ ਨੇ, ਮੌਜੂਦਾ ਹਾਲਾਤ ਨੇ, ਉਹ ਵੋਟਾਂ ਵਾਲਿਆਂ ਕਰਕੇ ਸਰਗਰਮ ਨੇ, ਗਰਮ ਨੇ। ਪਰ ਵੱਡੀ ਗੱਲ ਇਹੀ ਹੈ ਨਵਜੋਤ, ਕਿ ਕੱਲੀ ਰੋਟੀ 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 ਕਹਿਣ ਨਾਲ ਢਿੱਡ ਨਹੀਂ ਭਰਦਾ। ਆਟਾ ਦਾਲ ਸਕੀਮ ਦੀ ਗੱਲ ਹੋ ਰਹੀ ਹੈ, ਹੋਰ ਬੜੀਆਂ ਫੈਸਿਲਿਟੀਜ਼ ਦੇਣ ਦੀ ਗੱਲ ਕਰ ਰਹੇ ਨੇ, ਪਰ ਕੱਲਾ ਇਹ ਕਹਿਣ ਨਾਲ ਕਿ ਰੋਟੀ ਦੇ ਦਿਆਂਗੇ ਉਹਨਾਂ ਢਿੱਡ ਨਹੀਂ ਭਰਨਾ। ਉਹਦੇ ਲਈ ਉਪਰਾਲੇ ਹੋਣੇ ਚਾਹੀਦੇ ਆ। ਬਹੁਤ ਸਾਰੇ ਜਿਹੜੇ ਆ, ਤੁਸੀਂ ਵੀ ਸਵਾਲ ਜਿਹੜੇ ਦਿਲ 'ਚ ਚੱਕੀ ਫਿਰਦੇ ਹੋ, ਆਮ ਪਬਲਿਕ ਵੀ ਚੱਕੀ ਫਿਰਦੀ ਆ, ਉਹਨਾਂ ਦੇ ਜਵਾਬ ਵੀ ਚਾਹੀਦੇ। ਪਰ ਅਫਸੋਸ, ਨਾ ਆਮ ਪਬਲਿਕ ਸਵਾਲ ਪੁੱਛ ਰਹੀ ਹੈ, ਨਾ ਲੀਡਰ ਚਾਹੁੰਦੇ ਆ ਕਿ ਸਵਾਲਾਂ ਦੇ ਜਵਾਬ ਦੇਈਏ। ਉਹਨਾਂ ਦੇ ਹੱਥ ਨਾਲ ਗੁਰਮੰਤਰ ਲੱਗ ਗਿਆ। ਉਹਨਾਂ ਨੂੰ ਪਤਾ ਲੱਗ ਗਿਆ ਕਿ ਜਿਹੜੀ ਗੱਲ ਦਾ ਰੌਲਾ ਆਮ ਪਬਲਿਕ ਪਾਉਂਦੀ ਹੈ, ਸਟੇਜਾਂ 'ਤੇ ਖੜ੍ਹ ਕੇ ਅਸੀਂ ਵੀ ਉਹ ਰੌਲਾ ਪਾ ਦਈਏ ਤਾਂ ਕੋਈ ਸਵਾਲ ਪੁੱਛੂਗਾ ਹੀ ਨਹੀਂ। ਆਮ ਪਬਲਿਕ ਪੁੱਛਦੀ ਹੈ ਰੋਜ਼ਗਾਰ ਹੈ ਨਹੀਂ, ਲੀਡਰ ਕਹਿਣ ਲੱਗ ਪਏ ਰੋਜ਼ਗਾਰ ਹੈ ਨਹੀਂ। ਆਮ ਪਬਲਿਕ ਕਹਿੰਦੀ ਪਾਣੀ ਦਾ ਮਸਲਾ, ਲੀਡਰ ਕਹਿਣ ਲੱਗ ਪਏ ਪਾਣੀ ਦਾ ਮਸਲਾ। ਆਮ ਪਬਲਿਕ ਕਹਿੰਦੀ ਹੈ ਟਰਾਂਸਪੋਰਟੇਸ਼ਨ 'ਚ ਬੜੀ ਦਿੱਕਤ ਹੈ, ਟਰਾਂਸਪੋਰਟੇਸ਼ਨ 'ਚ ਬੜੀ ਦਿੱਕਤ ਹੈ। ਪਰ ਹੱਲ ਕਿਵੇਂ ਹੋਣਾ, ਇਹਦੇ ਬਾਰੇ ਕੋਈ ਨਹੀਂ ਦੱਸ ਰਿਹਾ, ਕੋਈ ਗੱਲ ਨਹੀਂ ਕਰ ਰਿਹਾ। ਏਜੰਡਾ ਕੀ ਹੈ, ਵਿਜ਼ਨ ਕੀ ਹੈ, ਕੋਈ ਵੀ ਨਹੀਂ ਦੱਸ ਰਿਹਾ। ਪਰਸਨਲ ਪ੍ਰੋਬਲਮਸ ਦੱਸ ਰਿਹਾ, ਇਮੋਸ਼ਨਲ ਕਰ ਰਿਹਾ। ਨਾਟ ਓਨਲੀ ਇਨ ਪੰਜਾਬ, ਨਾਟ ਓਨਲੀ ਨਵਾਂ ਸ਼ਹਿਰ, ਬਲਕਿ ਪੂਰੇ ਸੂਬੇ ਵਿੱਚ ਹਰ ਪਾਸੇ ਹੀ ਇਹੀ ਜਿਹੜਾ ਮੰਤਰ ਫੂਕਿਆ ਜਾ ਰਿਹਾ। ਇਮੋਸ਼ਨ ਦੇ ਨਾਲ ਲੋਕਾਂ ਨੂੰ ਜਿਹੜਾ ਆਪਣੇ ਵੱਲ ਇਨਫਲੂਐਂਸ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਔਰ ਨਾਲ ਦੀ ਨਾਲ ਜਿਹੜੇ ਆ ਆਮ ਪਬਲਿਕ ਨੇ ਜੋ ਆਵਾਜ਼ ਚੱਕੀ ਹੈ, ਉਹੀ ਸਟੇਜਾਂ ਤੋਂ ਬੋਲ ਰਹੇ ਨੇ। ਹੱਲ ਕਿਵੇਂ ਹੋਣਾ ਉਹ ਨਹੀਂ ਦੱਸ ਰਹੇ। ਮੈਂ ਤੁਹਾਡਾ ਸਵਾਗਤ ਵੀ ਕਰ ਦਿੰਦਾ, ਅਤੇ ਤੁਸੀਂ ਵੀ ਜਿੰਨਾ ਕੁ ਤੁਹਾਡੀ ਓਬਜ਼ਰਵੇਸ਼ਨ ਆ, ਤੁਸੀਂ ਓਬਜ਼ਰਵੇਸ਼ਨ ਨੂੰ ਜ਼ਰੂਰ ਆਮ ਜਨਤਾ ਦੇ ਸਾਹਮਣੇ ਕਰੋ। ਜੀ ਮੈਮ, ਤੁਸੀਂ NRI ਹੋ ਜੀ? ਕਿਹੜੀ ਕੰਟਰੀ? ਜੀ ਬਹੁਤ ਨਿੱਘਾ ਸਵਾਗਤ ਹੈ। ਥੈਂਕ ਯੂ ਜੀ। ਦੱਸੋ ਕਿਹੜੀ ਕੰਟਰੀ ਤੋਂ ਆਏ ਜੀ? ਅਸੀਂ ਆਏ ਆ ਇੰਗਲੈਂਡ ਤੋਂ। ਇੰਗਲੈਂਡ ਤੋਂ? ਹਾਂਜੀ। ਨਵਾਂ ਪੰਜਾਬ ਦੇ ਵੋਟਾਂ ਚੱਲ ਰਹੀਆਂ ਜੀ। ਹਾਂਜੀ, ਇਲੈਕਸ਼ਨਸ ਚੱਲ ਰਹੇ ਆ, ਔਰ ਇੱਥੇ ਲੀਡਰਸ ਜਿਹੜੇ ਬੜੇ ਸਿਆਣੇ ਹੋ ਗਏ ਆ। ਜਿਹੜੇ ਆਮ ਪਬਲਿਕ ਦੇ ਮੁੱਦੇ, ਜਿਵੇਂ ਮੇਰੇ ਮੁੱਦੇ ਆ, ਜਿਵੇਂ ਆਪਾਂ ਕਹਿੰਦੇ ਬੇਰੁਜ਼ਗਾਰੀ ਹੈ, ਰੋਜ਼ਗਾਰ ਨਹੀਂ ਮਿਲਦਾ, ਬਜ਼ੁਰਗਾਂ ਨੂੰ ਪੈਨਸ਼ਨ ਨਹੀਂ ਮਿਲਦੀ, ਉਹਦੇ ਉੱਤੇ ਡਿਬੇਟ ਕੋਈ ਨਹੀਂ ਕਰਦਾ। ਇਮੋਸ਼ਨਲ ਫੂਲ ਬਣਾ ਰਹੇ ਆਮ ਪਬਲਿਕ ਨੂੰ। ਤੁਸੀਂ ਕੀ ਕਹਿਣਾ ਚਾਹੋਗੇ? ਡਿਬੇਟਸ ਹੋਣੀਆਂ ਚਾਹੀਦੀਆਂ? ਡਿਬੇਟ ਹੋਣੀ ਚਾਹੀਦੀ ਆ। ਮੈਨੂੰ ਇਹ ਕਿ ਆਪਣੇ ਇੰਡੀਆ ਲਈ ਕੋਈ ਸੁਧਾਰ ਨਹੀਂ ਹੁੰਦਾ। ਅਸੀਂ ਉੱਤੇ ਬੈਠੇ ਇਹੀ ਦੇਖਦੇ ਸੀਗੇ ਕਿ ਕੋਈ ਚੰਗਾ ਪਰਸਨ ਬਣੇ, ਕਿ ਜਿਹੜਾ ਬਜ਼ੁਰਗਾਂ ਲਈ ਜਾਂ ਕਿ ਸਾਰੀ ਪਬਲਿਕ ਲਈ, ਜਿੱਦਾਂ ਸਟਰੀਟ ਰੋਡ ਸਾਨੂੰ ਕਿਹਾ ਜਾਂਦਾ ਆ ਕਿ ਰੋਡ ਬਹੁਤ ਚੰਗੇ ਬਣੇ ਆ, ਜਾ ਕੇ ਦੇਖੋ। ਮਤਲਬ ਕਿ ਜਦੋਂ ਅਸੀਂ ਦੇਖਦੇ ਹਾਂ ਫੇਸਬੁੱਕ 'ਤੇ ਜਾਂ TV 'ਤੇ, ਜਦੋਂ ਅਸੀਂ ਆਏ ਆ ਬਿਲਕੁਲ ਉਹੀ ਕੁਛ ਆ, ਕੁਛ ਇੰਡੀਆ ਦਾ ਬਦਲਿਆ ਨਹੀਂ। ਫਿਰ ਜਿਹੜੇ ਨਿਊ ਜਨਰੇਸ਼ਨ ਆ ਉਹ ਇੱਥੋਂ ਜਾ ਰਹੀ ਆ ਸਾਰੀ। ਜਦੋਂ ਸਾਡੇ ਕੋਲ ਉੱਥੇ ਕਲਾਇੰਟ ਬਣ ਕੇ ਉਹ ਆਉਂਦੇ ਆ, ਜਦੋਂ ਅਸੀਂ ਉਹਨਾਂ ਨੂੰ ਦੇਖਦੇ ਆ ਕਿ ਤੁਸੀਂ ਇੰਡੀਆ ਤੋਂ ਆਏ ਆ, ਵਿਚਾਰੇ ਹਾਰਡ ਵਰਕ ਕਰਦੇ ਆ। ਕਿਉਂ ਛੱਡਦੇ ਆ? ਕਿਉਂਕਿ ਇੱਥੇ ਪੋਲੀਟੀਸ਼ੀਅਨ ਨੇ ਸਾਰਾ ਕੁਝ ਬਰਬਾਦ ਕੀਤਾ। ਜੇ ਇਹਨੂੰ ਚੇਅਰ ਮਿਲ ਜਾਂਦੀ ਆ, ਉਹਦੀ ਚੇਅਰ ਰਹਿ ਜਾਂਦੀ ਆ। ਜਿਹੜਾ ਆਮ ਪਬਲਿਕ ਆ ਨਾ, ਉਹ ਹੁੰਦੀ ਪੌਰ ਤੋਂ ਪੌਰ ਹੋ ਜਾਂਦੀ। ਜਿਹੜਾ ਰਿਚ ਟੂ ਰਿਚ ਹੁੰਦਾ ਆ ਡੇ ਪਰ ਡੇ, ਕਿਉਂਕਿ ਉਹਦੇ ਕੋਲ ਚੇਅਰ ਆ ਗਈ ਆ। ਸੋ ਮੇਰੀ ਥਿੰਕਿੰਗ ਇਹ ਹੈਗੀ ਆ ਕਿ ਤੁਹਾਨੂੰ ਨਾ ਡਿਬੇਟ ਕਰਨੀ ਚਾਹੀਦੀ ਆ ਇਲੈਕਸ਼ਨ ਬਾਰੇ ਆ, ਕਿ ਤੁਸੀਂ ਗੁੱਡ ਪਰਸਨ ਚੂਜ਼ ਕਰੋ, ਕਿਸੇ ਨਿਊ ਚਿਹਰੇ ਨੂੰ ਲੈ ਕੇ ਆਵੋ, ਨਿਊ ਚਿਹਰਾ ਲੈ ਕੇ ਆਓ, ਕਿਉਂਕਿ ਨਿਊ ਚਿਹਰੇ ਨਾਲ ਤੁਹਾਨੂੰ ਪਤਾ ਲੱਗੇ। ਕਿਉਂਕਿ ਮੈਂ ਕਿਸੇ ਦਾ ਨਾਂ ਨਹੀਂ ਲੈਣਾ ਚਾਹੁੰਦੀ ਹੈਗੀ, ਠੀਕ ਆ, ਕਿ ਕਿਹੜਾ ਇਸ ਵੇਲੇ ਸਾਰਿਆਂ ਨੇ ਇੱਕੋ ਹੀ ਰਲੇ ਹੋਏ ਆ। ਇਹ ਸਾਰੇ ਇੱਕੋ ਹੀ ਆ, ਕੋਈ ਸੈਪਰੇਟ ਨਹੀਂ ਹੈਗੇ। ਪੰਜਾਬੀ ਵਿੱਚ ਕਹਾਵਤ ਵੀ ਆ, ਕਹਿੰਦੇ ਕੁੱਤੀ ਚੋਰਾਂ ਨਾਲ ਰਲੀ ਹੋਈ ਆ। ਦੈਟਸ ਰਾਈਟ ਆਈ 100% ਰਾਈਟ ਆ। ਸੋ ਤੁਸੀਂ ਨਾ ਅਸੀਂ ਮੈਚ ਫਿਕਸ ਵੀ ਹੁੰਦਾ ਜੀ। ਅਸੀਂ ਅੱਜ ਨਾ ਬਾਹਰ ਗਏ ਸੀਗੇ, ਕਿ ਅਸੀਂ ਕਹਿੰਦੇ ਸੀਗੇ ਉਹ ਤੂੰ ਤਾਂ ਬਹੁਤ ਕਮਲ ਨੂੰ ਇਹਨੂੰ ਪਿਆਰ ਕਰਦਾ ਆ, ਬਟ ਤੂੰ ਬਾਹਰ ਨਿਕਲ, ਅੱਜ ਤੂੰ ਨਾ ਸ਼ਰਾਬ ਦੀ ਬੋਟਲ ਮੰਗਦਾ ਆ, ਕੱਲ ਤੈਨੂੰ ਕਿਸੇ ਨੇ ਕੁਝ ਨਹੀਂ ਦੇਣਾ।
ਤੇਰੇ ਬੱਚੇ ਆ ਜਿਹੜੇ ਚਿੱਟੇ ਨਾਲ ਹਨਾ ਮਰੂਗੇ, ਇਹ ਸਾਰੇ ਤੇਰੇ ਪੰਜਾਬ ਦੇ ਆ। ਜੇ ਤੂੰ ਸੋਚੂ ਅੱਜ ਤੇਰਾ ਬੱਚਾ ਆ ਨਾ, ਕੱਲ ਤੇਰੇ ਬ੍ਰਦਰ ਦਾ, ਕੱਲ ਦੂਜੇ ਦਾ ਹੀ ਆਪਣੇ ਆ ਜਿਹੜੇ 20-20 ਈਅਰ ਦੇ ਜਾਂਦੇ। ਜਦੋਂ ਅਸੀਂ ਦੇਖਦੇ ਟੀਵੀ ਤੇ ਸਾਰੇ ਅਸੀਂ ਇਹੀ ਕਹਿੰਦੇ ਕਿ ਇੰਡੀਆ ਲਈ ਕੁਝ ਕਰੋ ਕਰੋ। ਉੱਥੇ ਰਹਿ ਕੇ ਵੀ ਵਰਡ ਹੋ ਬਹੁਤ ਜ਼ਿਆਦਾ। ਪਰ ਨਾ ਮੈਂ ਆਪਣੇ ਇੱਕ ਫਰੈਂਡ ਨਾਲ ਗੱਲ ਕਰ ਰਿਹਾ ਸੀ, ਇੱਕ ਫੈਕਟ ਹੈ, ਇੱਕ ਤਰਕ ਹੈ। ਉਹ ਤਰਕ ਦੀ ਗੱਲ ਕਰਦੇ ਕਹਿੰਦੇ ਆਟਾ ਦਾਲ ਸਕੀਮ ਦੀ ਗੱਲ ਕਰ ਰਹੇ ਆ, 1000 ਰੁਪਇਆ, ਕੋਈ 2000 ਰੁਪਇਆ, ਕੋਈ 10 ਲੱਖ। ਜਿਹੜੇ ਸਾਡਾ ਪੰਜਾਬ ਆ, ਇਹ ਯੋਧਿਆਂ ਦੀ ਧਰਤੀ ਹੈ, ਜ਼ਰਖੇਜ਼ ਧਰਤੀ ਹੈ, ਝੋਟੇ ਦੇ ਸਿਰ ਵਰਗੀ ਧਰਤੀ ਹੈ। ਖਾਸ ਕਰਕੇ ਪੰਜਾਬ ਨੇ ਤਾਂ ਬਹੁਤ ਬਲਿਦਾਨ ਦਿੱਤੇ ਆ। ਔਰ ਜਿਹੜੇ ਲੇਬਰਰਸ ਨੇ, ਮੈਮ ਸੌਰੀ ਮੈਂ ਕੰਪਲੀਟ ਕਰਾਂ, ਫਿਰ ਤੁਸੀਂ ਜ਼ਰੂਰ ਆਪਣਾ ਪੁਆਇੰਟ ਰੱਖਿਓ। ਜਿਹੜੇ ਲੇਬਰਰਸ ਨੇ ਉਹ ਰੋਜ਼ ਸ਼ਾਮ ਨੂੰ 200 ਰੁਪਏ ਦੀ ਦਾਰੂ ਪੀਂਦੇ ਆ, ਲੇਕਿਨ ਉਹਨਾਂ ਨੂੰ ਆਟਾ ਉਹ ਚਾਹੀਦਾ ਜਿਹੜਾ 2 ਰੁਪਏ ਕਿਲੋ ਮਿਲੇ। ਇਹ ਕਿੱਡੀ ਵੱਡੀ ਤਰਾਸਦੀ ਆ। दारू पी के है ना, ये मतलब कि आप अपनी फैमिली बारे नहीं सोच रहे, किसी ਦੀ ਕਾਉਂਸਲਿੰਗ ਨਹੀਂ ਹੋ ਰਹੀ, ਕਿਸੇ ਨੂੰ ਸਮਝਾਇਆ ਨਹੀਂ ਜਾ ਰਿਹਾ, ਸਿਰਫ ਉਹਨਾਂ ਨੂੰ ਇਹ ਕਿਹਾ ਜਾ ਰਿਹਾ ਕਿ ਤੁਸੀਂ ਫ੍ਰੀ ਚ ਲੈ ਲਓ। ਹਾਂ, ਉਹਨਾਂ ਨੂੰ ਇੱਕ ਦਿਨ ਲਾਲਚ ਦਿੱਤਾ ਜਾਂਦਾ ਆ ਕਿ ਅੱਜ ਤੈਨੂੰ 2 ਦਾਰੂ ਦੀਆਂ ਬੋਤਲਾਂ ਦਿੱਤੀਆਂ ਗਈਆਂ ਹਨਾ, ਪਰ ਉਹ ਆਪਣੀ ਫੈਮਿਲੀ ਨੂੰ ਨਹੀਂ ਦੇਖਦਾ। ਹੁਣੇ ਅਸੀਂ ਮੈਂ ਕਿਸੇ ਦੇ ਆਪਣੀ ਸਟੇਟਸ ਤੇ ਫੋਟੋ ਪਾਈਆਂ, ਐਨੀ ਪੂਰ ਫੈਮਿਲੀ, ਉਹਨਾਂ ਦੇ ਛੋਟੇ ਛੋਟੇ ਬੱਚੇ, ਉਹਨਾਂ ਕੋਲ ਕੱਪੜੇ ਵੀ ਨਹੀਂ, ਸਿਰਫ ਉਹਨਾਂ ਦਾ ਹੀ ਬੰਦਾ ਉੱਥੇ ਬੈਠਾ ਹੋਇਆ ਸੀ ਸ਼ਰਾਬ ਪੀ ਕੇ। ਕਿ ਮੈਨੂੰ ਇਹ ਨਹੀਂ ਐਗਜ਼ੈਕਟਲੀ ਪੀਤੀ, ਪਰ ਪੀਤੀ ਹੋ ਗਈ। ਪਰ ਉਹਨਾਂ ਦਾ ਕੀ ਹਾਲ ਆ, ਮੈਂ ਕਹਿ ਨਹੀਂ ਸਕਦੀ। ਮੈਂ ਉਹਨਾਂ ਨੂੰ ਮਤਲਬ ਕਿਹਾ ਕਿ ਚਲ ਕੁਝ ਖਾ ਲਿਓ, ਬਟ ਉਹਨਾਂ ਦਾ ਕੁਝ ਨਹੀਂ ਬਣਨਾ, ਇੱਕ ਦਿਨ ਨਾਲ ਕੁਝ ਨਹੀਂ ਬਣਨਾ ਜਦ ਤੱਕ ਉਹਨਾਂ ਦਾ ਸੁਧਾਰ ਨਹੀਂ ਹੁੰਦਾ ਹੈਗਾ। ਅਸੀਂ ਕਿਸੇ ਦਾ ਸੁਧਾਰ ਨਹੀਂ ਕਰ ਸਕਦੇ। ਆਪਣੀ ਹੈ ਨਾ ਹਾਰਡ ਵਰਕ ਦੀ ਆਪਣੇ ਕੋਲ ਕਮਾਈ ਹੋਣੀ ਚਾਹੀਦੀ, ਕੋਈ ਕਿਸੇ ਦੀ ਹੈਲਪ ਨਹੀਂ ਕਰ ਸਕਦਾ। ਇਸ ਕਰਕੇ ਲਾਲਚ ਵਿੱਚ ਨਾ ਆਵੋ, ਕਿਸੇ ਦੀ ਦਾਰੂ ਦੀ ਬੋਤਲ ਦੇ ਮਗਰ ਨਾ ਜਾਓ। 2 ਦਿਨ ਤੋਂ ਦਾਰੂ ਦੀ ਬੋਤਲ ਜਦੋਂ ਮਿਲ ਗਈ ਹੈ ਨਾ, ਤੁਸੀਂ ਤੀਜੇ ਦਿਨ ਜਦ ਤੁਸੀਂ ਇਲੈਕਸ਼ਨ ਹੋ ਜਾਣੇ ਆ, ਸਾਰਿਆਂ ਲੀਡਰਾਂ ਨੇ ਆਪਣੇ ਘਰ ਬਹਿ ਜਾਣਾ ਆ, ਕਿਸੇ ਨੇ ਤੁਹਾਨੂੰ ਕੁਝ ਨਹੀਂ ਦੇਣਾ ਕਹਿਣਾ ਆ। ਤੁਸੀਂ ਆਪਣੇ ਬੱਚਿਆਂ ਨੂੰ ਦੇਣਾ ਆ, ਜਿਨ੍ਹਾਂ ਨੇ ਵੋਟਾਂ ਪਾਈਆਂ ਉਹ ਸਾਰਾ ਕੁਝ ਤੁਹਾਡਾ ਜਾਂਦਾ ਲੱਗਣਾ ਸਿਰਫ ਇੱਕ ਦਾਰੂ ਦੀ ਬੋਤਲ ਦੇ ਮਗਰ। ਅੱਜ ਤੁਹਾਨੂੰ 1000 ਵੀ ਕੋਈ ਦਊਗਾ, ਬੜੇ ਪ੍ਰੋਮਿਸ ਕੀਤੇ ਜਾਂਦੇ ਆ। ਮੈਂ ਸਾਰਾ ਟੀਵੀ ਦੇ ਉੱਤੇ ਸੁਣਦੀ ਆ ਕਿ ਮੈਂ ਜਨਰੇਸ਼ਨ ਨੂੰ ATGR ਤੇ ਅਪ ਟੂ ATGR ਦੇ ਮੈਂ ਦਊਂਗਾ 1000। ਕਿਸੇ ਨੇ 1000 ਨਹੀਂ ਦੇਣਾ, ਕਿਸੇ ਨੇ ਕੁਝ ਨਹੀਂ ਦੇਣਾ। ਤੁਸੀਂ ਇੱਥੇ ਬੈਠੇ ਰਹੋਗੇ। ਆਲਰੇਡੀ ਸਾਡੇ ਤੇ ਤਾਂ 4 ਲੱਖ ਕਰੋੜ ਦਾ ਕਰਜ਼ਾ ਹੈ ਜੀ, 4 ਲੱਖ ਕਰੋੜ ਦਾ ਕਰਜ਼ਾ ਹੈ ਸਾਡੇ ਤੇ। ਹਾਂ, ਉਹੀ ਮਾਫ ਕਰ ਦੇਣ। ਜਿਹੜੇ ਸਾਡੇ ਜੇਲ੍ਹਾਂ 'ਚ ਗਏ ਹੋਏ ਆ, ਉਹਨਾਂ ਨੂੰ ਬਾਹਰ ਕੱਢ ਦੋ। ਉਹਨਾਂ ਨੂੰ ਤਾਂ ਕੱਢਦੇ ਨਹੀਂ, ਸਜ਼ਾ ਵੀ ਪੂਰੀ ਹੋ ਚੁੱਕੀ ਸਜ਼ਾ ਪੂਰੀ ਹੋ ਚੁੱਕੀ ਆ, ਉਹਨਾਂ ਨੂੰ ਕਿਉਂ ਨਹੀਂ ਕੱਢਦੇ? ਜਿਹੜੇ ਇੱਕ ਬਾਬਾ ਆ ਅੱਜ ਹਨਾ ਘੁੰਮਦਾ ਆ, ਉਹਨੂੰ ਕਿਉਂ ਲਿਆਂਦਾ? ਇਹ ਹੈਗੀ ਗਵਰਨਮੈਂਟ ਦੀ ਪਾਲਿਸੀ। ਖਾਸ ਕਰਕੇ ਇਹ ਮੈਨੂੰ ਤੁਸੀਂ ਦੇਖੋ, ਇਹ ਇੱਥੇ ਇੱਕ ਵੀ ਕਲਚਰ ਹੈ, ਜਿਵੇਂ ਇਹ ਦੇਖੋ ਹਮੇਸ਼ਾ ਬਾਰ-ਬਾਰ ਕਿਹਾ ਜਾਂਦਾ ਕਿ ਭਿਖਾਰੀ ਨਹੀਂ ਹੋਣੇ ਚਾਹੀਦੇ। ਇਹ ਕਿਉਂ ਆ? ਇਹ ਕਿਉਂ? ਕੋਈ ਪੁੱਛਦਾ ਨਹੀਂ, ਕੋਈ ਇਹਨਾਂ ਦਾ ਹੱਲ ਨਹੀਂ ਕਰਦਾ, ਕੋਈ ਇਹਨਾਂ ਨੂੰ ਰੋਜ਼ਗਾਰ ਨਹੀਂ ਦਿੰਦਾ, ਕੋਈ ਵੀ ਨਹੀਂ ਪੁੱਛਦਾ। ਇਹਨਾਂ ਨੂੰ ਕੋਈ ਪੁੱਛਦਾ ਨਹੀਂ। ਹੁਣ ਜਦ ਆ 4 ਦਿਨ ਸਾਰਿਆਂ ਦੀ ਸੋਚੀ, ਛੋਟੀ ਜਿਹੀ ਬੱਚੀ ਹੈ, ਇਹਦੇ ਫਿਊਚਰ ਬਾਰੇ ਕੌਣ ਸੋਚ ਰਿਹਾ? ਇਹ ਵੀ ਤਾਂ ਸਿਟੀਜ਼ਨ ਹੈ ਇਸ ਕੰਟਰੀ ਦੀ। ਹਾਂ, ਸਿਟੀਜ਼ਨ ਹੈ ਨਾ। ਸਾਡੀ ਕੰਟਰੀ ਵਿੱਚ ਬੱਚਿਆਂ ਨੂੰ 18 ਸਾਲ ਦੇ ਤੱਕ ਉਹਨਾਂ ਦੀ ਸਟੱਡੀ ਫ੍ਰੀ ਆ, ਉਹਨਾਂ ਨੂੰ ਪੈਸੇ ਮੰਥਲੀ ਪਾਉਂਦੇ ਆ। ਇਹ ਜਦੋਂ ਸਕੂਲ ਤੋਂ ਹਾਲੀਡੇ ਲੈਂਦੇ ਆ ਨਾ, ਉਹ ਸਾਨੂੰ ਕਹਿੰਦੇ ਪ੍ਰੂਫ ਦਵੋ ਕਿ ਇਹ ਬੱਚਾ ਕਿਹਦੇ ਨਾਲ ਚੱਲਿਆ। ਉਹਨਾਂ ਦੀ ਟਿਕਟ ਦਾ ਪ੍ਰੂਫ ਮੰਗਦੇ ਕਿ ਇਕੱਲਾ ਤਾਂ ਨਹੀਂ ਬੱਚਾ ਲੱਗਿਆ, ਕਿਉਂਕਿ ਉਹ ਸਿਟੀਜ਼ਨ ਆ। ਇੱਥੇ ਸਿਟੀਜ਼ਨ ਤਾਂ ਗਲੀਆਂ ਵਿੱਚ ਘੁੰਮਦੇ ਆ। ਹੁਣ ਇਹਨਾਂ ਦਾ ਬੱਚਾ ਹੈ ਵੀ ਕਿ ਨਹੀਂ ਕਲੀਅਰ ਨਹੀਂ ਹੈ, ਕਿਉਂਕਿ ਬੱਚੇ ਚੱਕ ਵੀ ਹੁੰਦੇ ਸਾਡੀ ਕੰਟਰੀ ਵਿੱਚ। ਕੀ ਪਤਾ ਕਿਸ ਦਾ ਬੱਚਾ ਹੈ, ਕਿੱਥੋਂ ਲਿਆਂਦਾ ਹੈ, ਕੁਝ ਵੀ ਕਲੀਅਰ ਨਹੀਂ ਹੈ। ਨਹੀਂ, ਰਹਿਣ ਦਿਓ ਇਹਨਾਂ ਨੂੰ, ਰਹਿਣ ਦਿਓ। ਇਹ ਜਿਹੜੀ ਦੇਸ਼ ਦੀ ਮੁਸੀਬਤ ਹੈ ਦਿਖਾ ਕੇ ਹੀ ਕਲੀਅਰ ਹੋਣੀ ਆ, ਇਗਨੋਰ ਨਹੀਂ ਕਰਨਾ ਚਾਹੀਦਾ। ਇਸ ਬੱਚੇ ਦਾ ਵੀ ਫਿਊਚਰ ਹੋਣਾ ਚਾਹੀਦਾ। ਇਹ ਵੀ ਚੜ੍ਹਦੀ ਬਰੇਸ 'ਚ, ਪਰ ਉਹ ਦੇਖੋ ਉਹਨੂੰ ਟੋਟਲੀ ਪ੍ਰਿਪੇਅਰ ਕੀਤਾ, ਉਹਦੀ ਅੱਖਾਂ 'ਚ ਗੁੱਸਾ ਹੈ, ਬਲਕਿ ਉਹਦੀ ਅੱਖਾਂ 'ਚ ਸਵਾਲ ਹੋਣੇ ਚਾਹੀਦੇ ਆ ਕਿ ਮੇਰਾ ਫਿਊਚਰ ਕੀ ਹੋਊਗਾ, ਕੀ ਮੈਂ ਸਾਰੀ ਜ਼ਿੰਦਗੀ ਭੀਖ ਮੰਗਦੀ ਰਹੂੰਗੀ? ਨਹੀਂ, ਡੈਫੀਨੇਟਲੀ ਉਹਦਾ ਗੁੱਸਾ ਉਹਦਾ ਹੈਗਾ ਆ, ਕਿਉਂਕਿ ਉਹਨੂੰ ਕੁਝ ਮਿਲਦਾ ਨਹੀਂ। ਉਹਨੇ ਜੋ ਹੁਣ ਆਲੇ ਦੁਆਲੇ ਘੁੰਮ ਕੇ ਜੋ ਵੀ ਉਹਨੇ ਮਿਲਿਆ ਨਾ, ਇਹ ਬੈਗਰ ਪੀਪਲ ਨੂੰ ਕੋਈ ਨਹੀਂ ਹੈਗਾ। ਇਹਨਾਂ ਵਿਚਾਰੇ ਉੱਥੇ ਟਿਕਾ ਦਿੱਤੀ ਆ। ਹਾਂ, ਇਹਨਾਂ ਨੇ ਖਰੇ ਰਾਤ ਨੂੰ ਖਾਣਾ, ਖਰੇ ਨਹੀਂ ਖਾਣਾ। ਸੋ ਜਿਹੜੇ ਹੈਗੇ ਰਿਚ ਆ, ਉਹ ਤਾਂ ਆਰਾਮ ਨਾਲ ਸੌਂ ਗਏ। ਮੈਂ ਤਾਂ ਕਹਿੰਦੀ ਹੁਣ ਵੀ ਕਹਿੰਦੀ ਜਾਗੋ, ਇਲੈਕਸ਼ਨ ਆ ਗਏ ਆ, ਬਹੁਤ ਨੇੜੇ ਆ ਗਏ ਆ। ਸਿਰਫ ਇੱਕ ਉਸ ਇਨਸਾਨ ਨੂੰ ਪਾਓ ਜਿਹੜਾ ਤੁਹਾਨੂੰ ਚੰਗਾ ਲੱਗਦਾ ਆ, ਨਹੀਂ ਤਾਂ ਤੁਹਾਡਾ ਉਹੀ ਉੱਥੇ ਤੁਸੀਂ ਰਹਿ ਜਾਣਾ ਆ। ਭੱਜੀ ਜਾਵੋ, ਫੋਰਨ ਕੰਟਰੀ ਭੱਜੀ ਜਾਵੋ, ਇੱਥੇ ਹੋਰ ਆ ਕੇ ਰਾਜ ਕਰੀ ਜਾਂਦੇ ਆ। ਮੈਂ ਇੱਕ ਲਾਸਟ ਸਵਾਲ ਜ਼ਰੂਰ ਲੈਣਾ ਚਾਹੂੰਗਾ। ਮੈਨੂੰ ਪਤਾ ਤੁਹਾਡਾ ਟਾਈਮ ਬਹੁਤ ਕਰੂਸ਼ੀਅਲ ਹੈ, ਬੇਟੀ ਵੇਟ ਕਰ ਰਹੀ ਹੈ। ਇੱਕ ਵਾਰੀ ਬੇਟੀ ਨੂੰ ਵੀ ਦਿਖਾ ਦਿਓ, ਬੜੀ ਪਿਆਰੀ ਬੱਚੀ ਹੈ। ਔਰ ਮੈਮ ਇੱਕ ਸਵਾਲ ਹੈ, ਸਾਡੇ ਪੰਜਾਬ ਵਿੱਚ ਜਾਂ ਨਵਾਂ ਸ਼ਹਿਰ ਏਰੀਆ 'ਚ ਮੈਂ ਦੇਖਿਆ ਕਿ ਇੱਕ ਮੈਂ ਹੈਡਲਾਈਨ ਪੜ੍ਹੀ ਸੀ, ਮੈਂ ਬਾਰ-ਬਾਰ ਸਵਾਲ ਪੁੱਛਦਾ ਲੇਕਿਨ ਲੋਕੀ ਉਹਦੇ ਤੇ ਧਿਆਨ ਨਹੀਂ ਦਿੰਦੇ। ਇੱਥੇ ਇੱਕ ਦਿਨ ਇਹੋ ਜਿਹਾ ਵੀ ਆਇਆ ਸੀ ਕਿ ਐਮਰਜੈਂਸੀ ਸੇਵਾਵਾਂ ਵੀ ਬੰਦ ਸੀਗੀ।
ਕਿ ਤੁਹਾਡੀ ਕੰਟਰੀ ਵਿੱਚ ਕਦੀ ਇਦਾਂ ਹੋ ਸਕਦਾ ਕਿ ਐਮਰਜੈਂਸੀ ਸੇਵਾ ਬੰਦ ਹੋ ਜਾਵੇ? ਨਹੀਂ, ਮੈਂ ਇਹਦੇ ਤੁਸੀਂ ਇੱਕ ਸਵਾਲ ਪੁੱਛਿਆ, ਮੈਂ 4 ਆਨਸਰ ਦਊਂਗੀ। ਐਮਰਜੈਂਸੀ ਕੋਈ ਵੀ ਸੇਵਾਵਾਂ ਨਹੀਂ ਬੰਦ ਹੁੰਦੀਆਂ। ਈਵਨ ਜੇ ਲਾਕਡਾਊਨ ਹੈ ਨਾ, ਸਪੈਸ਼ਲੀ ਸਕੂਲ ਕਿਉਂ ਕਲੋਜ਼ ਕੀਤੇ 2 ਸਾਲ? ਕਿਉਂਕਿ ਇੱਥੇ ਦਾ ਪ੍ਰਾਈਮ ਮਿਨਿਸਟਰ ਤਾਂ ਖੁਦ ਨਹੀਂ ਪੜ੍ਹਿਆ ਹੈਗਾ, ਤੇ ਬੱਚਿਆਂ ਦਾ ਸਕੂਲ ਸਾਰੀ ਕੰਟਰੀ 'ਚ ਪਹਿਲਾਂ ਸਕੂਲ ਖੋਲੇ, ਬਾਅਦ 'ਚ ਸ਼ਾਪਿੰਗ ਸੈਂਟਰ ਖੋਲੇ, ਬਾਅਦ ਵਿੱਚ ਆਫਟਰ ਐਨੀ। ਪਰ ਇੱਥੇ ਕੀ ਆ, ਸਾਰਾ ਕੁਝ ਖੋਲ ਦਿੱਤਾ। ਸਕੂਲ ਕਿਉਂ ਨਹੀਂ ਖੋਲਦੇ? ਬੱਚੇ ਹੋਰ ਵਿਗੜ ਗਏ ਆ। ਸਕੂਲ ਬੰਦ ਸੀ ਪਰ ਹੁਣ ਵੋਟਾਂ ਸਕੂਲ 'ਚ ਹੀ ਪੈ ਰਹੀਆਂ। ਉਹੀ ਆ ਨਾ। ਅੱਛਾ, ਮੋਦੀ ਸਾਹਿਬ ਕੱਲ ਕਹਿ ਰਹੇ ਸੀ ਸਟੇਜ ਤੋਂ ਕਿ ਪਿਛਲੇ 5 ਸਾਲਾਂ 'ਚ ਕਾਂਗਰਸ ਨੇ ਬਹੁਤ ਘਪਲੇਬਾਜ਼ੀ ਕੀਤੀ, ਬਹੁਤ ਫਰਾਡ ਕੀਤਾ, ਔਰ ਉਹਨਾਂ ਦੇ ਨਾਲ ਕੈਪਟਨ ਸਾਹਿਬ ਬੈਠੇ ਸੀ। ਉਹੀ ਮੈਂ ਪਹਿਲਾਂ ਵੀ ਸਵਾਲ ਤੁਹਾਨੂੰ ਕਰ ਚੁੱਕੀ, ਇਹ ਸਾਰੇ ਇੱਕੋ ਹੀ ਕਹਿੰਦੇ ਨੇ ਚੱਕੀ ਦੇ ਬੱਟੇ ਇਕੱਠੇ ਹੀ ਹੈਗੇ। ਅੱਜ ਇਲੈਕਸ਼ਨ ਲੈ ਕੇ ਇਹਨਾਂ ਨੇ ਕਹਿੰਦੇ ਅਸੀਂ ਸੈਪਰੇਟ ਆ, ਪਰ ਇਹ ਸਾਰੇ ਇੱਕੋ ਹੀ ਆ, ਇੱਕ ਅੰਦਰੋਂ ਅੰਦਰ ਇੱਕੋ ਹੀ ਆ। ਤੁਸੀਂ ਫੋਟੋ ਬਹੁਤ ਸ਼ੇਅਰ ਕੀਤੀਆਂ ਸਾਰਿਆਂ ਦੀਆਂ, ਸਾਰੇ ਦੇ ਨਾਲ ਫੋਟੋ ਹੈਗੀਆਂ, ਇਹ ਸਾਰੇ ਇੱਕੋ ਹੀ ਆ, ਕੋਈ ਸੈਪਰੇਟ ਨਹੀਂ ਹੈਗੇ। ਇਸ ਕਰਕੇ ਬਾਰ-ਬਾਰ ਮੈਂ ਇਹ ਕਹਿੰਦੀ, ਜਾਗੋ, ਕੋਈ ਨਵਾਂ ਚਿਹਰਾ ਲੈ ਕੇ ਆਓ ਅੱਗੇ ਤੇ ਆਪਣੇ ਆਪ ਨੂੰ ਬਚਾਓ, ਨਹੀਂ ਤਾਂ ਫਿਰ 4 ਦਿਨ ਤਾਂ ਇੱਥੇ ਸਾਰੇ ਹੀ ਆ। ਖਾਸ ਕਰਕੇ ਜੰਗ ਬੋਏ ਦੀ ਹੈ ਨਾ, ਜ਼ਿੰਦਗੀ ਬਹੁਤ ਖਰਾਬ ਹੋ ਰਹੀ ਆ ਚਿੱਟੇ ਕਰਕੇ। ਬਚਾਅ ਹੁੰਦਾ ਆਪਣਾ। ਥੋੜੇ ਦਿਨ ਪਹਿਲਾਂ ਸੀ ਬਾਰਾਦਰੀ ਤੋਂ ਖਬਰ ਪਾਈ, ਉੱਥੇ 2 ਨੌਜਵਾਨ ਲੜਕੀਆਂ ਟੀਕਾ ਲਗਾ ਰਹੀਆਂ ਫੜੀਆਂ ਗਈਆਂ ਸੀ। ਕੁੜੀਆਂ ਵੀ ਇਸ ਪਾਸੇ ਆ ਗਈਆਂ। ਕੁੜੀਆਂ ਵੀ, ਜਿੰਨਾ ਮੈਂ ਕਹਿੰਦੀ ਤੁਸੀਂ ਨਹੀਂ ਨਿਊਜ਼ ਦੇਖਦੇ ਆ ਨਾ, ਜਿੰਨਾ ਅਸੀਂ ਨਿਊਜ਼ ਦੇਖਦੇ ਆ। ਜਦੋਂ ਅਸੀਂ ਫੇਸਬੁੱਕ ਤੇ ਜਾਂਦੇ ਆ ਜਾਂ ਅਸੀਂ ਕੋਈ ਨਿਊਜ਼ ਤੇ ਜਾਂਦੇ, ਬੱਤੀ ਦੇਖਦੇ ਤੁਸੀਂ? ਬਹੁਤ ਜ਼ਿਆਦਾ। ਮੈਂ ਤੁਹਾਨੂੰ ਨਾ ਦੇਖਣ ਲਈ ਤੁਹਾਡੀ ਫੋਟੋ ਕਲਿੱਕ ਕਰਦੀ, ਮੈਂ ਤੁਹਾਨੂੰ ਸਪੈਸ਼ਲ ਮਿਲਣਾ ਸੀਗਾ ਕਿ ਮੈਂ ਤੁਹਾਡੇ ਨੂੰ ਤਾਂ ਮੈਂ ਤੁਹਾਡਾ ਨੋਟੀਫਿਕੇਸ਼ਨ ਮੇਰੇ ਕੋਲ ਆਉਂਦਾ ਆ, ਇਸ ਕਰਕੇ ਨਾ ਮੈਂ ਤੁਹਾਨੂੰ ਦੇਖ ਕੇ ਖੜੀ ਹੋ ਗਈ। ਮੈਂ ਤੁਹਾਨੂੰ ਖਾਸ ਕਰਕੇ ਤੁਹਾਡੇ ਆਫਿਸ ਮੇਰਾ ਸੌਂਗ ਵੀ ਆਇਆ, ਉਹ ਵੀ ਸ਼ੇਅਰ ਕਰ ਦਿਓ ਜੀ। ਉਹ ਵੀ ਮੈਂ ਕੀਤਾ ਆ। ਨਹੀਂ, ਕਿਹੜੇ ਪਿੰਡ ਤੋਂ ਆਏ ਤੁਸੀਂ? ਮੈਂ ਇੱਥੇ ਨਵਾਂ ਸ਼ਹਿਰ ਦੀ ਆ। ਨਵਾਂ ਸ਼ਹਿਰ ਤੋਂ। ਆਪਣਾ ਇੱਕ ਵਾਰੀ ਨਾਮ ਦੱਸ ਦਿਓ ਜੀ, ਤੇ ਜਿਹੜੀ ਸਾਡੀ ਆਡੀਅנס ਨੂੰ, ਜਿਵੇਂ ਤੁਸੀਂ ਪਹਿਲੇ ਦੱਸ ਰਹੇ ਸੀ। ਹੈਗਾ ਆ ਬਿਨੀਕੋ ਬੈਂਸ। ਹਾਂਜੀ, ਮੈਂ ਹਾਂਜੀ ਬਿਨੀਕੋ ਬੈਂਸ। ਮੈਂ ਹੈਗੀ ਆ ਬੈਂਸ, ਮੈਂ ਹੈਗੀ ਆ ਲੈਸਟਰ ਸ਼ਹਿਰ ਤੋਂ, ਲੈਸਟਰ ਸ਼ਹਿਰ ਇੰਗਲੈਂਡ ਤੋਂ। ਚਲੋ ਕੋਈ ਨਹੀਂ, ਜੇ ਅਸੀਂ ਕਿਤੇ ਘੁੰਮਣੇ ਤਾਂ ਜ਼ਰੂਰ ਮੈਮ ਤੁਹਾਨੂੰ ਮਿਲ ਕੇ ਜਾਵਾਂਗੇ ਬੈਂਸ ਸਾਹਿਬ। ਮੋਸਟ ਵੈਲਕਮ। ਨੰਬਰ ਰੱਖ ਲਓ, ਨਹੀਂ ਮੇਰੇ ਤੋਂ ਨੰਬਰ ਲੈ ਲਓ। ਮੈਂ ਕਹਿੰਦੀ ਆਓ ਮੇਰੇ ਘਰ ਰਹੋ, ਮੈਂ ਤੁਹਾਡਾ, ਤੁਸੀਂ ਆਪਣੇ, ਮੈਂ ਬਹੁਤ ਦੇਖਿਆ ਤੁਸੀਂ ਬਹੁਤ ਕੁਛ ਕਰਦੇ। ਕਦੇ ਰੇਲ ਬਾਰ ਰੋਡ ਹੁੰਦੇ, ਜਿੰਨਾ ਮੇਰੇ ਕੋਲ ਟਾਈਮ ਆ ਆਪਣੀ ਜੌਬ ਤੋਂ ਬਾਅਦ, ਕਦੇ ਤੁਸੀਂ ਐਕਸੀਡੈਂਟ ਹੁੰਦਾ ਉੱਥੇ ਜਾਂਦੇ, ਕਦੇ ਉੱਥੇ ਜਾਂਦੇ ਆ। ਪਲੀਜ਼ ਤੁਸੀਂ ਇੱਦਾਂ ਕੈਰੀ ਆਨ ਰੱਖੋ ਜੀ। ਬਹੁਤ ਸ਼ੁਕਰੀਆ ਮੈਮ, ਔਰ ਬੜਾ ਮਾਣ ਹੋਇਆ ਸਾਨੂੰ ਵੱਡੀ ਭੈਣ ਤੇ, ਕਿਉਂਕਿ ਜੀ ਬਹੁਤ ਸ਼ੁਕਰੀਆ ਮੈਮ, ਕਿਉਂਕਿ ਦੇਖੋ ਕਿੰਨੇ ਅੱਛੇ ਵਿਚਾਰ ਦਿੱਤੇ ਨੇ ਇਹਨਾਂ ਨੇ, ਔਰ ਇਹੋ ਜਿਹੇ ਵਿਚਾਰ ਜੇ ਸਾਰੇ ਪੰਜਾਬੀਆਂ ਦੇ ਹੋ ਜਾਣ ਤਾਂ ਪੰਜਾਬ ਜ਼ਰੂਰ ਬਦਲ ਜਾਏਗਾ। ਜ਼ਰੂਰ ਇੱਕ ਵਾਰੀ ਮੇਰੇ ਵੱਲੋਂ ਤੁਹਾਡੇ ਲਈ ਕਲੈਪ ਹੈ। ਥੈਂਕ ਯੂ ਮੈਮ, ਥੈਂਕ ਯੂ ਬੱਚੇ। ਔਰ ਇਹ ਤੁਸੀਂ ਸੁਣਿਆ ਕਿ ਮੈਮ ਉਹਨਾਂ ਨੇ ਜਿਹੜੇ ਆਪਣੇ ਪੱਖ ਰੱਖੇ ਆ, ਬੈਂਸ ਸਾਹਿਬ ਨੇ। ਮੈਮ ਹੁਣ ਤੁਸੀਂ ਦੱਸੋ, ਉਹ ਦੇਖਿਆ ਪਾਵਰ, ਸਪੀਚ ਪਾਵਰ। ਆਓ ਥੋੜਾ ਥੱਲੇ ਆਓ, ਤੁਹਾਡੀ ਹਾਈਟ ਪਹਿਲੀ ਮੇਰੇ ਤੋਂ ਬਹੁਤ ਲੰਬੀ ਆ, ਤੇ ਉਹਨਾਂ ਦੀ ਜਿਹੜੀ ਸਪੀਕਿੰਗ ਪਾਵਰ ਦੇਖੀ, ਔਰ ਰਿਐਲਿਟੀ ਬੋਲ ਕੇ ਗਏ ਆ। ਸਾਡੇ ਪੰਜਾਬ ਵਿੱਚ ਇਲੂਜ਼ਨਸ ਬਹੁਤ ਨੇ, ਮਤਲਬ ਨਾ ਆਪ ਹੀ ਚੀਜ਼ਾਂ ਕ੍ਰੀਏਟ ਕੀਤੀਆਂ ਬਹੁਤ ਆ। ਉਹ ਪੂਰੀ ਰਿਐਲਿਟੀ ਦੱਸ ਕੇ ਗਿਆ। ਕੀ ਕਹੋਗੇ ਮੈਡਮ ਦੇ ਵਿਚਾਰ ਸੁਣ ਕੇ? ਸਰ ਮੈਂ ਤਾਂ ਇਹੀ ਕਹੂੰਗੀ ਕਿ ਸਾਡੀ ਸਰਕਾਰ ਨੂੰ ਆਪਣੇ ਬਦਲਾਵ ਕਰਨੇ ਚਾਹੀਦੇ ਇਹਦੇ ਵਿੱਚ ਕਿ ਜੀ ਕੈਰੀ ਔਨ ਓਕੇ, ਕਿ ਸਾਡੀ ਜੋ ਅੱਜ ਦੀ ਜਨਰੇਸ਼ਨ ਹੈ ਉਹ ਦੱਸਦੀ ਪਈ ਹੈ ਕਿ ਸਾਡਾ ਆਹ ਹਾਲ ਹੈ ਤੇ ਅੱਗੇ ਆਉਣ ਵਾਲੇ ਟਾਈਮ 'ਚ ਸਾਡਾ ਕੀ ਹਾਲ ਹੋਊਗਾ ਜੀ। ਨਾਲ ਦੀ ਨਾਲ ਕਮੈਂਟਸ ਵੀ ਅਸੀਂ ਲੈ ਲੈਣੇ ਆ। ਸਰਕਾਰ ਨੂੰ ਹੁਣ ਇਹ ਚਾਹੀਦਾ ਕਿ ਆਮ ਪਬਲਿਕ, ਆਮ ਜਨਤਾ ਸਾਡੇ ਵਾਸਤੇ ਇਹ ਮਤਲਬ ਕਿ ਮੰਗ ਕਰਦੀ ਕਿ ਸਾਨੂੰ ਆਹ ਚਾਹੀਦੀ ਚੀਜ਼ ਚਾਹੀਦੀ ਹੈ, ਸਾਡੀ ਅਵੇਲੇਬਲ ਕਰੋ। ਸੋ ਮੈਂ ਉਹੀ ਗੱਲ ਕਰ ਰਿਹਾ ਸੀ ਨਾ ਨਵਜੋਤ, ਕਿਉਂਕਿ ਆਪਾਂ ਤੁਸੀਂ ਕਮੈਂਟਸ ਲਓ, ਜੇ ਕੋਈ ਆ ਰਿਹਾ ਆਪਾਂ ਕਮੈਂਟਸ ਵੀ ਜ਼ਰੂਰ ਸ਼ੇਅਰ ਕਰਨੇ ਆ। ਗੱਲ ਮੈਂ ਉਹੀ ਕਰ ਰਿਹਾ ਸੀ, ਆਪਾਂ ਚੱਲਦੇ ਵਿਜੇ ਕਰੀਏ ਜੇ ਤੁਸੀਂ ਕੰਫਰਟੇਬਲ ਹੋ। ਮੈਂ ਨਵਜੋਤ ਉਹੀ ਗੱਲ ਕਰ ਰਿਹਾ ਸੀ, ਵੋਟਾਂ ਲਈ ਰੈਡੀ ਹੋ? ਚਲੋ ਠੀਕ ਹੈ, ਪਰ ਮੈਨੂੰ ਲੱਗਦਾ ਕਿ ਕਿਸੇ ਨੇ ਕੋਈ ਆਪਣਾ ਬਹੁਤਾ ਪੱਖ ਰੱਖਣਾ ਨਹੀਂ ਹੈ। ਔਰ ਸ਼ਾਇਦ ਜਿਹੜੀਆਂ ਪੰਜਾਬ ਵਿੱਚ ਵੋਟਾਂ ਹੋ ਰਹੀਆਂ ਉਹਦੇ ਲਈ ਸਾਨੂੰ ਰਿਵਿਊ ਕਰਨ ਲਈ ਐਕਚੁਅਲੀ ਮੈਨੂੰ ਲੱਗਦਾ ਕਿ ਇੰਗਲੈਂਡ, ਅਮਰੀਕਾ, ਕੈਨੇਡਾ ਜਾਣਾ ਚਾਹੀਦਾ, ਕਿਉਂਕਿ ਇੱਥੋਂ ਲੋਕ ਘੱਟ ਬੋਲਦੇ ਆ। ਜਿਹੜੇ ਵਲੈਤੀਏ ਉਹ ਪੂਰਾ ਪੱਖ ਸਹੀ ਰੱਖ ਦਿੰਦੇ ਆ। ਕਮੈਂਟਸ ਤੁਸੀਂ ਨਾਲ ਦੀ ਨਾਲ ਲੈ ਲਓ ਜੇ ਆ ਰਹੇ ਆ। ਦੇਖੋ ਗੱਲ ਇਲੂਜ਼ਨਸ ਦੀ ਆ ਵੀ, ਜੇ ਮੈਂ ਤੁਹਾਡੇ ਨਾਲ ਵੀ ਸ਼ੇਅਰ ਕਰ ਦਿੰਦਾ। ਹੁਣ ਹਾਲ ਦੀ ਘੜੇ ਸਾਰੇ ਲੀਡਰ ਜਿਹੜੇ ਆ ਉਹ ਬਾਬੇ ਬਣੇ ਆ, ਕਿਉਂਕਿ ਪੱਲੇ ਹੈ ਨਹੀਂ ਧੇਲਾ, ਕਰਦੀ ਮੇਲਾ, ਨੌਕਰੀ ਮਿਲਦੀ ਨਹੀਂ, ਪੁੱਤ ਬੈਠਾ ਵਿਹਲਾ। ਠੀਕ ਨਹੀਂ, ਹਰ ਪਾਸੇ ਵਿਹਲੇ ਬੈਠੇ ਆ, ਔਰ ਇਹਨਾਂ ਦੇ ਕੋਲ ਪੈਸੇ ਹੈ ਵੀ ਨਹੀਂ, ਫਿਰ ਵੀ ਹਰ ਕੋਈ ਐਲਾਨ ਕਰ ਰਿਹਾ। ਨੋਟ ਓਨਲੀ ਵਨ ਸਿੰਗਲ ਪਾਰਟੀ, ਸਾਰੀਆਂ ਪਾਰਟੀਆਂ ਐਲਾਨ ਕਰ ਰਹੀਆਂ। ਕੋਈ ਕੁਛ ਕਹਿ ਰਿਹਾ, ਕੋਈ ਕੁਛ ਕਹਿ ਰਿਹਾ। ਉਹ ਜਿਵੇਂ ਬਾਬੇ ਨਹੀਂ ਹੁੰਦੇ, ਕਿਹਾ ਉਹ ਤਥਾਸਤੂ, ਸਭ ਕੁਝ ਮਿਲ ਜੂਗਾ। ਲੇਕਿਨ ਜਿੰਨਿਆਂ ਦੇ ਵੀ ਇਹਨਾਂ ਕੋਲ ਜਿਹੜੇ ਚਿਰਾਗ ਆ ਉਹ ਘਸ ਚੁੱਕੇ ਆ। ਹੁਣ ਉਹਨਾਂ 'ਚੋਂ ਜਿੰਨ ਬਾਹਰ ਆਉਂਦਾ ਨਹੀਂ ਆ। ਜਿੰਨ ਉਦੋਂ ਹੀ ਬਾਹਰ ਆਉਣਾ ਜਦੋਂ 4 ਲੱਖ ਕਰੋੜ ਦਾ ਕਰਜ਼ਾ ਖਤਮ ਹੋਣਾ, ਔਰ ਇਹ ਪਤਾ ਲੱਗੂਗਾ ਕਿ 4 ਲੱਖ ਕਰੋੜ ਸਾਡੇ ਸਿਰ ਤੇ ਚੜ੍ਹਿਆ ਕਿਉਂ।
ਕਿਉਂਕਿ ਹੁਣ ਜਿਵੇਂ ਜੀ ਦੇਖਣ ਨੂੰ ਤਾਂ ਨਾ ਐ ਲੱਗਦਾ ਕਿ ਜਿਵੇਂ ਆਪਣੇ ਪੰਜਾਬ ਨੂੰ ਆਪਣੀ ਟੈਨਸ਼ਨ ਘੱਟ ਹੈ ਤੇ ਦੇਸ਼ਾਂ ਵਿਦੇਸ਼ਾਂ 'ਚ ਬੈਠੇ ਜੋ ਪੰਜਾਬੀ ਉਹ ਸ਼ੁਰੂ ਤੋਂ ਉਹਨਾਂ ਹੀ ਨੂੰ ਸੀ। ਟੈਨਸ਼ਨ ਜ਼ਿਆਦਾ ਹੈ ਆਪਣੇ ਪੰਜਾਬ ਦੀ। ਤੁਸੀਂ ਸੁਣ ਲਿਆ ਕਿ ਜਿਵੇਂ ਭੈਣ ਜੀ ਕਹਿ ਕੇ ਗਏ, ਬੈਂਸ ਸਾਹਿਬ ਕਹਿ ਕੇ ਗਏ ਨੇ, ਜੀ ਮੈਮ ਨੇ ਜਿਵੇਂ ਕਿਹਾ ਕਿ ਅਸੀਂ ਜਦੋਂ ਵਿਦੇਸ਼ ਤੋਂ ਦੇਖਦੇ ਹਾਂ ਸਾਨੂੰ ਲੱਗਦਾ ਕਿ ਬੜੀ ਤਰੱਕੀ ਹੋਈ ਆ, ਪਰ ਜਦੋਂ ਇੰਡੀਆ ਪਹੁੰਚੇ ਆ, ਪੰਜਾਬ ਪਹੁੰਚੇ ਆ, ਪਰਤੇ ਆ, ਦੇਖਿਆ ਤੇ ਕੋਈ ਤਰੱਕੀ ਨਹੀਂ, ਐਜ਼ ਇਟ ਇਜ਼ ਹੀ ਆ, ਜਿਵੇਂ 10 ਸਾਲ ਪਹਿਲਾਂ ਸੀ ਉਵੇਂ ਅੱਜ ਫੇਰ ਹੈ। ਜੀ ਸਰ, ਤੇ ਇਹ ਉਹ ਗੱਲ ਕਹਿ ਕੇ ਗਏ, ਮੈਂ ਨਹੀਂ ਕਿਹਾ, ਇਹ ਉਹਨਾਂ ਦੇ ਸ਼ਬਦ ਹੈ ਜੀ। ਸਰ ਜੇ ਹੁਣ ਵੀ ਦੇਖੋ ਪੰਜਾਬ 'ਚ ਹੁਣ ਹਰ ਪਾਸੇ ਵੋਟਾਂ ਦਾ ਰੋਲ ਆਇਆ ਕਿ ਕਿਹੜੀ ਸਰਕਾਰ ਬਣੂਗੀ, ਕੌਣ ਆਊਗਾ, ਆਪਣੇ ਕਿਹੜਾ ਸੀਐਮ ਦਾ ਚਿਹਰਾ ਹੋਊਗਾ, ਤੇ ਕਿਤੇ ਨਾ ਕਿਤੇ ਪਬਲਿਕ ਨੂੰ ਇਹ ਸੋਚਣਾ ਚਾਹੀਦਾ ਅਸੀਂ ਲੀਡਰ ਚੁਣਨਾ ਤਾਂ ਉਹ ਚੁਣੀਏ ਜਿਹੜਾ ਆਪਣੇ ਦੇਸ਼ ਆਪਣੇ ਪੰਜਾਬ ਲਈ ਕੰਮ ਕਰੇ। ਸਰ ਇਹਦੇ ਬਾਰੇ ਤੁਸੀਂ ਕੀ ਕਹੋਗੇ? ਦੇਖੋ ਮੈਂ ਕੁਐਸਚਨਸ ਚੈੱਕ ਕਰਨੇ ਸੀ ਕਮੈਂਟ ਸੈਕਸ਼ਨ 'ਚ, ਪਰ ਉੱਥੇ ਵੀ ਸਿਆਸੀ ਪਾਰਟੀਆਂ ਦੀ ਐਡ ਚੱਲ ਰਹੀ ਆ। ਆਪਣਾ ਮੈਂ ਪੇਜ, ਆਪਣਾ ਜਦੋਂ ਚੈਨਲ ਖੋਲਦਾ ਆ ਤੇ ਮੈਂ ਚੈੱਕ ਕਰਨਾ ਚਾਹੁੰਦਾ ਸੀ ਕਿ ਆਮ ਪਬਲਿਕ ਕੀ ਸਵਾਲ ਪੁੱਛ ਰਹੀ ਹੈ, ਪਰ ਜਿੱਦਾਂ ਹੀ ਮੈਂ ਪੇਜ ਖੋਲ੍ਹਿਆ, ਆਪਣਾ ਚੈਨਲ ਖੋਲ੍ਹਿਆ, ਸਭ ਤੋਂ ਪਹਿਲਾਂ ਮੈਨੂੰ ਇੱਕ ਪੋਲੀਟੀਕਲ ਪਾਰਟੀ ਦੀ ਐਡ ਨਜ਼ਰ ਆਈ ਆ। ਤਾਂ ਦੇਖੋ ਐਡਵਰਟੀਜ਼ਮੈਂਟ ਤੇ ਕਿੰਨਾ ਖਰਚਾ ਹੁੰਦਾ, ਜੇ ਉਹੀ ਖਰਚਾ ਹੁਣ ਆਪਾਂ ਇੱਥੇ ਦੀ ਗੱਲ ਕਰੀਏ, ਇਹ ਜਿਹੜੇ ਦੁਕਾਨਦਾਰ ਨੇ, ਕਦੀ ਇਹਨਾਂ ਬਾਰੇ ਕੋਈ ਐਲਾਨ ਹੁੰਦਾ ਜਾਂ ਇਹਨਾਂ ਦੁਕਾਨਾਂ ਤੇ ਜਿਹੜੇ ਲੋਕ ਕੰਮ ਕਰਦੇ ਨੇ, ਕਰਿੰਦੇ ਕੰਮ ਕਰਦੇ ਨੇ, ਜਾਂ ਹੁਣ ਜਿਵੇਂ NRIs ਆਏ ਹੋਏ ਨੇ, ਤੁਸੀਂ ਚੰਡੀਗੜ੍ਹ ਚਲੇ ਜਾਓ, ਜਾਂ ਕਿਉਂਕਿ ਦੇਖੋ ਚੰਡੀਗੜ੍ਹ ਉਹ ਪੰਜਾਬ ਗਵਰਨਮੈਂਟ ਦੀ, ਹਰਿਆਣਾ ਗਵਰਨਮੈਂਟ ਦੇ ਅੰਡਰ ਨਹੀਂ ਆਉਂਦਾ, ਠੀਕ ਹੈ, ਫਿਰ ਵੀ ਤੁਸੀਂ ਵੱਡੇ ਸ਼ਹਿਰਾਂ ਚਲੇ ਜਾਓ, ਕਿਤੇ ਹੋਰ ਚਲੇ ਜਾਓ, ਬੜੀਆਂ ਫੈਸਿਲਿਟੀਜ਼ ਨੇ। ਇੱਥੇ ਵਾਸ਼ਰੂਮ ਦੀ ਫੈਸਿਲਿਟੀ ਹੈ ਕਦੀ ਤੁਸੀਂ ਦੇਖਿਆ ਕਿ ਕੋਈ ਵਿਦੇਸ਼ ਤੋਂ, ਜਾਂ ਆਪਾਂ ਲੋਕ ਵੀ ਇੱਥੇ ਰਹਿੰਦੇ ਆ, ਤੁਹਾਡੇ ਨਾਲ ਕੋਈ ਤੁਹਾਡੀ ਫੈਮਿਲੀ ਆਈ ਹੋਵੇ, ਬੰਦੇ ਨੂੰ ਕਾਹਲੀ ਪਈ ਹੁੰਦੀ ਕਿ ਫਟਾਫਟ ਘਰ ਚਲੀਏ, ਕਿਉਂਕਿ ਇੱਥੇ ਵਾਸ਼ਰੂਮ ਦੀ ਫੈਸਿਲਿਟੀ ਅਵੇਲੇਬਲ ਹੀ ਨਹੀਂ ਆ। ਔਰ ਆਹ ਟ੍ਰੈਫਿਕ ਦਾ ਹਾਲ ਦੇਖ ਲਓ, ਇੱਥੋਂ ਗੱਡੀ ਲੰਘ ਨਹੀਂ ਸਕਦੀ। ਕਿਉਂ ਨਹੀਂ ਲੰਘ ਸਕਦੀ? ਉਹਦਾ ਵੀ ਇੱਕ ਕਾਰਨ ਹੈ ਨਵਜੋਤ। ਕਾਰਨ ਇਹ ਆ ਕਿ ਰੂਲ ਸਾਰਿਆਂ ਲਈ ਸਿਮਿਲਰ ਨਹੀਂ ਆ। ਜਦੋਂ ਕਰੋਨਾ ਕਾਲ ਵੀ ਸੀਗਾ, ਸਾਰੇ ਕਹਿੰਦੇ ਸੀ ਅਸੀਂ ਦੁਕਾਨ ਬੰਦ ਕਰਨ ਨੂੰ ਤਿਆਰ ਆ, ਪਰ ਜਦੋਂ ਕੋਈ ਕਹਿੰਦੇ ਸੀ ਕਿ ਕਿਤੇ ਨਾ ਕਿਤੇ ਕੋਈ ਪੱਖਪਾਤ ਹੋ ਜਾਂਦਾ, ਫਿਰ ਕਹਿੰਦੇ ਸੀ ਅਸੀਂ ਵੀ ਖੋਲਾਂਗੇ। ਹੁਣ ਤੁਸੀਂ ਆਮ ਨੋਟ ਅਗੇਂਸਟ, ਤੁਸੀਂ ਆ ਦੇਖੋ ਕਿ ਜਿਵੇਂ ਰੇਹੜੀਆਂ ਆ, ਆਪਾਂ ਅਗੇਂਸਟ ਨਹੀਂ ਆ, ਪਰ ਇੱਕ ਤਰੀਕਾ ਹੋਣਾ ਚਾਹੀਦਾ, ਇੱਕ ਵੇ ਹੋਣਾ ਚਾਹੀਦਾ। ਜਦੋਂ ਕੋਈ ਇੱਕ ਲਗਾਉਂਦਾ ਫਿਰ ਦੂਜਾ ਵੀ ਕਹਿੰਦਾ। ਰੂਲਸ ਅੱਛੇ ਪਾਸ ਹੋਣੇ ਚਾਹੀਦੇ ਤਾਂ ਕਿ ਇਹਨਾਂ ਨੂੰ ਵੀ ਫਰਕ ਨਾ ਪਵੇ, ਇਹਨਾਂ ਨੂੰ ਵੀ ਰੋਜ਼ਗਾਰ ਮਿਲਦਾ ਰਹੇ। ਆਪਾਂ ਚੱਲਦੇ ਵਿੱਚ ਹੀ ਗੱਲ ਕਰਦੇ ਆ, ਆਪਾਂ ਦਿਖਾ ਵੀ ਦਿੰਦੇ ਕੁਝ ਤਸਵੀਰਾਂ, ਤਾਂ ਕਿ ਇਹਨਾਂ ਨੂੰ ਵੀ ਕੋਈ ਫਰਕ ਨਾ ਪਵੇ, ਇਹਨਾਂ ਨੂੰ ਵੀ ਰੋਜ਼ਗਾਰ ਮਿਲੇ। ਇਹ ਵੀ ਸਿਟੀਜ਼ਨ, ਇਹ ਵੀ ਟੈਕਸ ਪੇ ਕਰਦੇ ਆ, ਆਮ ਪਬਲਿਕ ਨੂੰ ਵੀ ਹਰ ਇੱਕ ਫੈਸਿਲਿਟੀ ਮਿਲੇ, ਲੇਕਿਨ ਇੱਕ ਪ੍ਰੋਪਰ ਵੇ 'ਚ, ਇੱਕ ਐਕੂਰੇਟ ਵੇ 'ਚ ਮਿਲੇ ਜੀ। ਕੋਈ ਕਮੈਂਟਸ ਜਿਹੜੇ ਆ ਰਹੇ ਨੇ ਤੁਸੀਂ ਦੱਸ ਦਿਓ। ਰਕੇਸ਼ ਕੁਮਾਰ ਕਹਿ ਰਹੇ ਨੇ ਤੁਸੀਂ ਕਿਸ ਨੂੰ ਸੁਜੈਸਟ ਕਰ ਰਹੇ ਹੋ ਜਨਾਬ, ਕਿਸ ਨੂੰ ਪਾਈਏ ਵੋਟਾਂ, ਤੁਸੀਂ ਦੱਸੋ। ਦੇਖੋ ਅਸੀਂ ਬਿਲਕੁਲ ਨਹੀਂ ਕਹਿੰਦੇ ਕਿਸ ਨੂੰ ਵੋਟਾਂ ਪਾਓ, ਇਹ ਤੁਹਾਡਾ ਪਰਸਨਲ ਡਿਸੀਜਨ ਹੈ। ਅਸੀਂ ਇਹਦੇ ਵਿੱਚ ਬਿਲਕੁਲ ਨਹੀਂ ਚਾਹੁੰਦੇ ਕਿ ਤੁਹਾਨੂੰ ਕੋਈ ਇਨਫਲੂਐਂਸ ਕਰੀਏ, ਤੁਹਾਨੂੰ ਕੋਈ ਸੁਝਾਅ ਦੇਈਏ, ਇਹ ਫੈਸਲਾ ਤੁਹਾਡਾ। ਪਰ ਵੀ ਜੇ ਇੱਕ ਵਾਰੀ ਇੱਧਰ ਦਿਖਾਓ, ਇਹ ਬੱਚੇ ਵੀ ਸਾਡੇ ਆ, ਇਹਨਾਂ ਦੀ ਵੀ ਕਾਉਂਸਲਿੰਗ ਹੋਣੀ ਚਾਹੀਦੀ। ਉਹ ਬੱਚੇ ਵੱਲ ਦੇਖੋ, ਛੋਟਾ ਬੱਚਾ ਵੀ ਜੇ ਇੱਕ ਵਾਰੀ ਦਿਖਾਈ, ਉਹ ਬੱਚਾ ਆ, ਇਹਨਾਂ ਨੂੰ ਨਹੀਂ ਪਤਾ ਕਿ ਲਾਈਫ ਕਿਵੇਂ ਇਹਨਾਂ ਦੀ ਬਰਬਾਦ ਹੋ ਰਹੀ ਆ। ਹੁਣ ਇਹਨਾਂ ਦਾ ਕਸੂਰ ਨਹੀਂ ਆ, ਸਰਕਾਰਾਂ ਦਾ ਕਸੂਰ ਆ। ਬੱਚੇ ਨੂੰ ਦਿਖਾਓ, ਕੀ ਪਤਾ ਉਹਦਾ ਮਾਈਂਡ ਬੜਾ ਸ਼ਾਰਪ ਹੋਵੇ, ਜ਼ਿੰਦਗੀ 'ਚ ਕੱਲ੍ਹ ਵੱਡਾ ਹੋ ਕੇ ਕੋਈ ਐਸਟਰੋਨੌਟ ਬਣੇ, ਕੋਈ ਸਾਇੰਟਿਸਟ ਬਣੇ, ਪਰ ਨਹੀਂ, ਉਹਦੀ ਪੜ੍ਹਾਈ ਲਿਖਾਈ ਨਹੀਂ ਹੋ ਰਹੀ। ਆ ਬੱਚੀ ਵੀ ਸਾਡੀ ਬੱਚੀਆਂ ਵਰਗੀ ਆ, ਪਰ ਇਹਨਾਂ ਨੂੰ ਜਿੰਨਾ ਮਰਜ਼ੀ ਸਮਝਾ ਲਓ ਜਾਂ ਕੋਈ ਜਿੰਨੀ ਮਰਜ਼ੀ ਕੇਅਰ ਕਰੇ, ਇਹਨਾਂ ਨੇ ਟਰੈਕ ਤੇ ਨਹੀਂ ਆਉਣਾ। ਇਹ ਕੰਮ ਵੀ ਤਾਂ ਸਰਕਾਰਾਂ ਦਾ ਆ। ਜਦੋਂ ਕੋਈ ਵੱਡਾ ਲੀਡਰ ਆਉਂਦਾ ਫਿਰ ਇਹਨਾਂ ਨੂੰ ਲੁਕੋ ਦਿੰਦੇ ਆ, ਧੱਕੇ ਮਾਰਦੇ ਆ। ਇਹਨਾਂ ਦੀ ਕਾਉਂਸਲਿੰਗ ਹੋਣੀ ਕਿੰਨੀ ਜ਼ਰੂਰੀ ਆ। ਜੇ ਆਪਾਂ ਕਹਿੰਦੇ ਆ कि सही बात है, आपके पास कोई आता है, कोई समझा, आपके बच्चे को देख के मेरे को दर्द उठ रहा है, आपको नहीं उठता? उठता है बाबू। क्या फिर इसको क्यों पढ़ाते, क्यों नहीं, कोई काम क्यों नहीं करते? हमारे बच्चे तो सारे स्कूल में जाते हैं, स्कूल बंद है इस करके नहीं स्कूल जाते। बंद है, हाँ, तो आप भीख क्यों मांगते हो बहन जी? एक तो भाई हम मांगते हैं, कबाड़ कुबाड़ भी चुकते ही है। अच्छा, कबाड़ भी फूकते हो। हाँ, तो बहन जी आपका नहीं दिल करता कि आप कोई नौकरी करे, आपका बच्चा पढ़े, आपके पति शाम को आए काम से, आप उनको खाना दे, ऐसे सड़कों में घूमना आपको अच्छा लगता है? बुरा लगता है हमें भी भैया। बुरा लगता है ना? कोई बात नहीं बहन जी, आप इधर ही रहते हो? आप कहाँ रहते, कहाँ पर हो? दाना मंडी में। दाना मंडी में रहते हो? चलो, जो हमसे बन सरेगा हम जरूर करने की कोशिश करेंगे। आपका नाम क्या है? आपका नाम? सोनू। सोनू, ठीक है। चलो कोई बात नहीं, आपके पास है थोड़े से पैसे अभी? कुछ बच्चों का खाने का मन है तो बताओ, हम कल इनको कर देते हैं। भैया वैसे तो खाना खुना हमने चलो, पहले। मैं लाइव खत्म करके आता हूँ। तो ये भी साढ़े बच्चे वर्गे ही आ। आप बुजुर्ग ने, बापू जी किवें खुश हो पंजाब के जो हालात ने, खुश हो? हाँ जी, जो अपना काम कर रहे हैं, रिक्शा चला रहे हैं, खा पी रहे हैं। ਹੁਣ ਉਹੀ ਇੰਗਲੈਂਡ ਨਾਲ ਜੇ ਕੰਪੈਰੀਜ਼ਨ ਕਰਕੇ ਦੇਖੀਏ
ਇੰਗਲੈਂਡ ਵਿੱਚ ਪੈਨਸ਼ਨ ਲੈਣ ਸਾਡੇ ਬੰਦੇ ਅਗਰ ਸਿਟੀਜ਼ਨ ਬਣਦੇ ਆ ਜਾਂ ਕੈਨੇਡਾ ਜਾ ਕੇ ਪੈਨਸ਼ਨਾਂ ਵੱਲ ਧਿਆਨ ਦਿੰਦੇ ਆ, ਇਹਨਾਂ ਨੂੰ ਕਿਉਂ ਨਹੀਂ ਪੈਨਸ਼ਨ ਮਿਲ ਰਹੀ ਜਦ ਕਿ ਅਸੀਂ ਲੋਕ ਸਭ ਤੋਂ ਵੱਧ ਟੈਕਸ ਦਿੰਦੇ ਆ? ਤਾਂ ਇਹ ਚੀਜ਼ਾਂ ਨੇ, ਇਹ ਗੱਲ ਆਪਾਂ ਪੁੱਟ ਅਪ ਕਰ ਰਹੇ ਆ। ਮੈਂ ਚੱਲਦੇ ਖੋਲ ਗੱਲ ਕਹਿਣੀ ਚਾਹੁੰਦਾ, ਜਿਹੜੀ ਮੈਂ ਸ਼ੁਰੂ ਕੀਤੀ ਸੀ ਕਿ ਇਲੂਜ਼ਨ ਔਰ ਰਿਐਲਿਟੀ ਵਿੱਚ ਬਹੁਤ ਜ਼ਿਆਦਾ ਡਿਫਰੈਂਸ ਹੈ। ਇਲੂਜ਼ਨਸ ਫਿਕਸ ਕਰ ਦਿੱਤੇ ਆ ਲੀਡਰਸ ਨੇ ਸਾਡੇ ਦਿਮਾਗ ਵਿੱਚ, ਲੀਡਰਸ ਨੇ ਇਸ ਚੀਜ਼ਾਂ ਨੂੰ ਪੂਰਨ ਤੌਰ ਤੇ ਸਾਡੇ ਦਿਮਾਗ ਵਿੱਚ ਫਿੱਟ ਕਰ ਦਿੱਤਾ, ਠੀਕ ਹੈ ਭਾਜੀ, ਕਿ ਅਸੀਂ ਇਹ ਕਰ ਦਾਂਗੇ, ਅਸੀਂ ਉਹ ਵਰਕ ਕਰ ਦਾਂਗੇ, ਪਰ 75 ਸਾਲਾਂ ਤੋਂ ਹੋਇਆ ਕੱਖ ਵੀ ਨਹੀਂ। ਔਰ ਸਾਨੂੰ ਹੀ ਜਾਗਣਾ ਪੈਣਾ, ਸੁਪਨੇ ਤਿਆਗਣੇ ਪੈਣੇ ਆ। ਅਸੀਂ ਕਿਸੇ ਦਾ ਫੇਵਰ ਨਹੀਂ ਕਰਦੇ ਜੀ ਸਰਕਾਰ, ਪਰ ਹਰ ਪਾਰਟੀਆਂ ਵਿੱਚ ਲੀਡਰਸ ਅੱਛੇ ਹੈਗੇ, ਕੁਝ ਲੀਡਰ ਅੱਛੇ ਹੈਗੇ ਹਰ ਪਾਰਟੀ 'ਚ, ਚਾਹੇ ਉਹ ਰਵਾਇਤੀ ਨੇ, ਚਾਹੇ ਨਵੀਆਂ ਨੇ, ਚਾਹੇ ਕੋਈ ਬਿਲਕੁਲ ਨਵੀਂ ਆ, ਪਰ ਲੀਡਰਸ ਦੀ ਚੋਣ ਸਹੀ ਹੋਣੀ ਬਹੁਤ ਜ਼ਰੂਰੀ ਆ ਜੀ। ਸਰ ਜਿਵੇਂ ਕਿ ਹੁਣ ਜੋ ਸਰਕਾਰ ਚੱਲਦੀ ਮਤਲਬ ਕਿ ਨਵੀਂ ਸਰਕਾਰ ਆਉਂਦੀ ਹੈ, ਉਹਦਾ ਪਹਿਲਾਂ ਤਾਂ ਇਹੀ ਹੁੰਦਾ ਕਿ ਅਸੀਂ ਪੰਜਾਬ ਵਿੱਚ ਆਹ ਕਰਾਂਗੇ ਉਹ ਕਰਾਂਗੇ, ਬਟ ਕਰਦੇ ਕੁਛ ਨਹੀਂ। ਜਦੋਂ ਉਹਨਾਂ ਦੀ ਸਰਕਾਰ ਬਣ ਜਾਂਦੀ ਕੰਮ ਉਹੀ ਰਹਿੰਦਾ, ਉੱਥੇ ਦਾ ਉੱਥੇ ਹੀ ਰੁਕਿਆ ਰਹਿੰਦਾ, ਕੰਮ ਉੱਥੇ ਹੀ ਆ। ਮੈਂ ਉਹੀ ਕਹਿਣਾ ਕਿ ਕੁਝ ਚੀਜ਼ਾਂ ਇਹ ਵੀ ਹੋਣੀਆਂ ਚਾਹੀਦੀਆਂ ਕਿ ਜਿਵੇਂ ਨਾਟ ਓਨਲੀ ਨਵਾਂ ਸ਼ਹਿਰ, ਪੂਰੇ ਆਪਾਂ ਪੰਜਾਬ ਦੀ ਗੱਲ ਕਰੀਏ, ਪੂਰੇ ਭਾਰਤ ਦੀ ਗੱਲ ਕਰੀਏ, ਨੀਂਹ ਪੱਥਰ ਦਾ ਬੜਾ ਟ੍ਰੈਂਡ ਹੈ, ਉਹ ਵੀ ਮੇਰੇ ਹਿਸਾਬ ਨਾਲ ਇਰਾਡੀਕੇਟ ਹੋਣਾ ਚਾਹੀਦਾ ਹੈ। ਜਦੋਂ ਹੋ ਗਿਆ ਉਦੋਂ ਕੰਮ ਹੋ ਜਾਵੇ, ਪਰ ਉਹ ਵੀ ਕਈ ਜਗ੍ਹਾ 'ਤੇ ਉਹ ਵੀ ਜ਼ਰੂਰੀ ਆ। ਜੇ ਨਹੀਂ ਰੱਖਦੇ ਤਾਂ ਫਿਰ ਪਤਾ ਹੀ ਸ਼ੁਰੂ ਹੀ ਨਹੀਂ ਹੁੰਦਾ ਕਿ ਵੇਲੇ ਕੰਮ ਸ਼ੁਰੂ ਕਰਨੇ ਵੀ ਜ਼ਰੂਰੀ ਆ। ਤਾਂ ਇੱਕ ਮੇਰੇ ਵੀਰ ਨੇ ਵਿੱਚ ਮੈਸੇਜ ਕੀਤਾ, ਲੋਕਾਂ ਦੀ ਕੀ ਰਾਏ ਆ? ਬਾਈ ਜੀ ਮੈਂ ਬਹੁਤ ਦੁਚਿੱਤੀ ਵਿੱਚ ਆ, ਕਿਉਂਕਿ ਤੁਸੀਂ ਦੇਖ ਰਹੇ ਹੋਣਾ ਪਿਛਲੇ 10 ਦਿਨੋਂ ਤੋਂ ਅਸੀਂ ਤਕਰੀਬਨ ਹਰ ਇੱਕ ਪੋਲੀਟੀਕਲ ਪਾਰਟੀ ਨੂੰ, ਹਰ ਇੱਕ ਨੁਮਾਇੰਦੇ ਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ। ਕਈ ਜਗ੍ਹਾ ਮੈਂ ਵੀ ਵਿਜ਼ਿਟ ਕੀਤਾ, ਜ਼ਿਆਦਾ ਜਗ੍ਹਾ ਵਿਜੇ ਤੇ ਮੈਮ ਜਾਂਦੇ ਰਹੇ ਆ, ਲੇਕਿਨ ਇਹਨਾਂ ਨੇ ਕਦੀ ਨਹੀਂ ਦੇਖਿਆ, ਕਦੀ ਅਸੀਂ ਇਸ ਚੀਜ਼ ਨੂੰ ਵਿਟਨੈਸ ਨਹੀਂ ਕੀਤਾ ਕਿ ਕੋਈ ਆ ਕੇ ਖੜਾ ਹੋਇਆ ਹੋਵੇ, ਸਵਾਲ ਪੁੱਛਿਆ ਹੋਵੇ। ਔਰ ਬਹੁਤਾਤ ਵਿੱਚ ਅਸੀਂ ਇਹ ਦੇਖਿਆ ਕਿ ਇੱਕ ਉਹੀ ਬੰਦੇ ਪਹਿਲਾਂ ਇੱਕ ਰੈਲੀ 'ਚ, ਫਿਰ ਦੂਜੀ ਰੈਲੀ 'ਚ, ਫਿਰ ਤੀਜੀ ਰੈਲੀ 'ਚ, ਪਿੰਡਾਂ ਵਿੱਚ ਮਤਲਬ ਇੱਦਾਂ ਹੁੰਦਾ, ਕਿਉਂਕਿ ਅਗਲਾ ਕਹਿੰਦਾ ਅਸੀਂ ਆਪਣੀ ਕਿਉਂ ਵਿਗਾੜੀਏ। ਪਰ 20 ਤਰੀਕ ਨੂੰ ਕੀ ਹੋਣਾ ਇਹ ਬਿਲਕੁਲ ਵੀ ਅਸੀਂ ਇਹਦੇ ਬਾਰੇ ਕੁਝ ਨਹੀਂ ਕਹਿ ਸਕਦੇ, ਕੁਝ ਨਹੀਂ ਜਾਣਦੇ, ਸਾਨੂੰ ਕੁਝ ਸਮਝ ਨਹੀਂ। ਹਾਲਾਂਕਿ ਮੈਂ ਕੁਝ ਜਿਹੜੇ ਸੀਨੀਅਰ ਪੱਤਰਕਾਰ ਉਹਨਾਂ ਨਾਲ ਗੱਲ ਕੀਤੀ, ਕੁਝ ਇੰਟੈਲੈਕਚੁਅਲਸ ਨਾਲ ਗੱਲ ਕੀਤੀ ਕਿ ਇਹ ਕੀ ਚੱਕਰ ਹੈ, ਐਦਾਂ ਕਿਉਂ? ਤਾਂ ਉਹ ਕਹਿੰਦੇ ਇਹ ਤਾਂ ਅਸੀਂ ਹਰ ਵਾਰ ਦੇਖਿਆ, ਤੁਸੀਂ ਸ਼ਾਇਦ ਪਹਿਲੀ ਵਾਰ ਦੇਖਿਆ, ਤੁਸੀਂ ਪਹਿਲੀ ਵਾਰ ਵਿਚਰ ਰਹੇ ਹੋ। ਪਰ ਸਵਾਲ ਉਹੀ ਹੈ ਕਿ ਜਿਵੇਂ ਉਹ ਮੈਮ ਕਹਿ ਕੇ ਗਏ ਨੇ, ਬੈਂਸ ਸਾਹਿਬ ਕਹਿ ਕੇ ਗਏ ਨੇ, ਸਾਡੇ ਵੱਡੇ ਸਿਸਟਰ ਕਹਿ ਕੇ ਗਏ ਨੇ ਕਿ ਪੈਸੇ ਨਾ ਲਿਓ, ਸ਼ਰਾਬ ਨਾ ਲਿਓ। ਉਹਨਾਂ ਨੂੰ ਸ਼ਾਇਦ ਕੁਝ ਪਤਾ ਲੱਗਿਆ ਹੋਊਗਾ। ਮੈਂ ਉਹਨਾਂ ਦੇ ਸਵਾਲ ਦੇ ਆਧਾਰ 'ਤੇ ਗੱਲ ਕਰ ਰਿਹਾ ਕਿ ਤੁਸੀਂ ਫੈਸਲਾ ਜੇ ਅੱਜ ਕਰਨਾ ਆ ਤਾਂ ਇਹ ਮੰਨ ਕੇ ਚੱਲਿਓ, ਜੇ ਨਵੇਂ ਸ਼ਹਿਰ 'ਚ ਤੁਸੀਂ ਫੈਸਲਾ ਕਰਨਾ, ਪੈਸੇ ਨਾ ਲਿਓ, ਸ਼ਰਾਬ ਨਾ ਲਿਓ। ਉਹਦਾ ਕਾਰਨ ਕੀ ਹੈ? ਮਰਜ਼ੀ ਤੁਹਾਡੀ ਹੈ, ਵੋਟ ਜ਼ਰੂਰ ਪਾਣੀ ਹੈ। ਮੈਂ ਦੱਸਦਾ, ਕਿਉਂਕਿ ਦੇਖੋ ਮਾਣਯੋਗ ਇਲੈਕਸ਼ਨ ਕਮਿਸ਼ਨ ਨੇ ਬੜੇ ਅੱਛੇ ਪ੍ਰਬੰਧ ਕੀਤੇ ਆ, ਸਾਨੂੰ ਸਾਡੇ ਮਾਣਯੋਗ ਇਲੈਕਸ਼ਨ ਕਮਿਸ਼ਨ ਤੇ ਮਾਣ ਹੈ, ਬਹੁਤ ਅੱਛੇ ਤਰੀਕੇ ਨਾਲ ਪ੍ਰਬੰਧ ਕੀਤੇ ਹੋਏ ਆ। ਤੁਸੀਂ ਜ਼ਰੂਰ ਆਪਣੀ ਵੋਟ ਪਾਣੀ ਹੈ। ਪਰ ਜੇ ਮੈਂ ਮੰਨ ਲਓ ਕੋਈ ਸ਼ਰਾਬ ਲੈਂਦਾ, ਮੈਂ ਐਗਜ਼ਾਮਪਲ ਦੇ ਕੇ ਸਮਝਾਉਣਾ, ਮੰਨ ਲਓ ਮੈਂ ਪੈਸੇ ਲੈ ਲੈਂਦਾ ਨਾ, ਤਾਂ ਮੇਰੀ ਇਕੱਲੀ ਵੋਟ ਨੇ ਮੇਰਾ ਫੈਸਲਾ ਜਾਂ ਮੇਰੇ ਪਰਿਵਾਰ ਦਾ ਨਹੀਂ ਕਰਨਾ, ਸਾਡੀ ਟੀਮ ਦਾ ਨਹੀਂ ਕਰਨਾ, ਉਹਨੇ ਨਵਾਂ ਸ਼ਹਿਰ ਦੇ 1,40,000 ਬੰਦਿਆਂ ਦੀ ਸੋਚ ਦਾ ਫੈਸਲਾ ਕਰਨਾ। ਤਾਂ ਜੇ ਫਿਰ ਪੈਸੇ ਲੈਣੇ ਫਿਰ 1,40,000 ਦੀ ਗੱਲ ਕਰੀਓ ਕਿ ਤੁਸੀਂ 1,40,000 ਬੰਦੇ ਦੀ ਕਿਸਮਤ ਦਾ ਫੈਸਲਾ ਕਰ ਰਹੇ ਹੋ। ਔਰ ਉਹ ਜਿਹੜੀ ਮੰਨ ਲਓ ਤੁਸੀਂ ਕਿਸੇ ਨੂੰ ਵਿਧਾਇਕ ਬਣਾਤਾ, ਫਿਰ ਉਹ ਮੋਰੇ ਸਰਕਾਰ ਬਣਾਉਣ ਦੇ ਕੰਮ ਆਣਾ, ਕਿਉਂਕਿ ਇਹ ਵੀ ਕਿਹਾ ਜਾਂਦਾ ਕਿ ਹੰਗ ਅਸੈਂਬਲੀ ਹੋ ਜਾਣੀ ਆ, ਕਿ ਮੈਜੋਰਿਟੀ ਮਿਲਣੀ ਔਖੀ ਆ। ਤਾਂ ਫਿਰ ਤੁਸੀਂ ਦੇਖੋਗੇ ਇੱਕ ਤੁਹਾਡੀ ਵੋਟ ਬਹੁਤ ਕੁਝ ਕਰ ਸਕਦੀ। ਔਰ ਅਸੀਂ ਨਵਾਂ ਸ਼ਹਿਰ ਵਿੱਚ ਦੇਖਿਆ ਕਿ ਲੋਕ ਇੱਕ ਤੇ 2 ਵੋਟਾਂ 'ਤੇ ਵੀ ਜਿੱਤਦੇ ਆ। ਤਾਂ ਇੱਕ ਵੋਟ ਦੀ ਬਹੁਤ ਵੱਡੀ ਕੀਮਤ ਹੈ। ਔਰ ਲਾਸਟ ਇੱਕ ਹੋਰ ਗੱਲ ਕਹਿਣੀ ਚਾਹੂੰਗਾ, ਮੈਮ ਪੈਸਾ ਬਹੁਤ ਜ਼ਰੂਰੀ ਹੈ। ਮੈਂ ਨਹੀਂ ਕਹਿੰਦਾ ਪੈਸਾ ਜ਼ਰੂਰੀ ਨਹੀਂ ਹੈ। ਲੋਕ ਕਈ ਕਹਿ ਦਿੰਦੇ ਨਾ ਕਿ ਪੈਸਾ ਜ਼ਰੂਰੀ ਨਹੀਂ, ਪੈਸਾ ਜ਼ਰੂਰੀ ਹੈ ਤੁਹਾਡੇ ਸਰਵਾਈਵਲ ਲਈ, ਤਾਂ ਕਿ ਤੁਸੀਂ ਆਪਣਾ ਪਰਿਵਾਰ ਪਾਲ ਸਕੋ। ਲੇਕਿਨ ਉਹਦਾ ਮਤਲਬ ਇਹ ਨਹੀਂ ਕਿ ਤੁਸੀਂ ਵੋਟਾਂ 'ਚ ਪੈਸੇ ਮੰਗੋ ਜਾਂ ਵੋਟਾਂ ਸ਼ਰਾਬ ਮੰਗੋ। ਉਹਦਾ ਮਤਲਬ ਇਹ ਹੈ ਕਿ ਤੁਸੀਂ ਰੋਜ਼ਗਾਰ ਮੰਗੋ। ਤੁਹਾਡੇ ਸਰਵਾਈਵਲ ਲਈ ਪੈਸਾ ਬਹੁਤ ਜ਼ਰੂਰੀ ਹੈ, ਲੇਕਿਨ ਮਨ ਦੀ ਸੈਟਿਸਫੈਕਸ਼ਨ ਲਈ ਤੁਹਾਨੂੰ ਇਮਾਨਦਾਰ ਹੋਣਾ ਪੈਣਾ। ਤੁਹਾਡਾ ਨਵਾਂ ਸ਼ਹਿਰ, ਤੁਹਾਡਾ ਏਰੀਆ ਜਿੱਥੇ ਤੁਸੀਂ ਰਹਿੰਦੇ ਆ, ਤੁਹਾਡਾ ਪੰਜਾਬ, ਤੁਹਾਡਾ ਦੇਸ਼, ਤੁਹਾਡਾ ਸੂਬਾ, ਤੁਹਾਡੀ ਕੰਟਰੀ, ਉਹ ਸਾਫ਼ ਸੁਥਰੀ ਹੋਣੀ ਚਾਹੀਦੀ ਆ। ਉਹਦੇ ਲੋਕ ਸੁਹਿਰਦ ਹੋਣੇ ਚਾਹੀਦੇ ਆ। ਲੋਕਾਂ ਲਈ ਫੈਸਿਲਿਟੀਜ਼ ਇੱਕੋ ਜਿਹੀਆਂ ਹੋਣੀਆਂ ਚਾਹੀਦੀਆਂ। ਮਨੋਜ ਸੋਨੂ ਜੀ, ਆਓ ਸਰ ਆਓ। ਮਨੋਜ ਸੋਨੂ ਜੀ ਕਹਿ ਰਹੇ ਨੇ ਦੀਪ ਸਿੱਧੂ ਦੀ ਇੰਟਰਵਿਊ ਤੁਸੀਂ ਕੀਤੀ ਸੀ। ਜੀ ਬਿਲਕੁਲ, ਮੈਂ ਦੀਪ ਸਿੱਧੂ ਉਹਨਾਂ ਬਾਰੇ ਕਹਿ ਦਿੰਦਾ ਕਿ ਜਿਹੜੀ ਮੇਰੀ ਉਹਨਾਂ ਨਾਲ ਮੁਲਾਕਾਤ ਹੋਈ ਸੀ ਦੀਪ ਸਿੱਧੂ ਨਾਲ, ਜਦੋਂ ਅਸੀਂ ਇੰਟਰਵਿਊ ਕਰ ਰਹੇ ਸੀਗੇ, ਮੈਂ ਉਹਨਾਂ ਤੋਂ ਬੜੇ ਸਵਾਲ ਲੈਣ ਦੀ ਕੋਸ਼ਿਸ਼ ਕੀਤੀ, ਪਰ ਜਦੋਂ ਮੈਂ ਵਾਪਸ ਪਰਤਿਆ ਦੀਪ ਸਿੱਧੂ ਤੋਂ ਆਫ ਕੈਮਰਾ ਗੱਲ ਕੀਤੀ ਤਾਂ ਉਹਨਾਂ ਨੇ ਜ਼ਿਕਰ ਕੀਤਾ ਜਦੋਂ ਉਹ ਜੇਲ੍ਹ ਵਿੱਚ ਰਹੇ ਸੀਗੇ
2.5x6 ਦੇ ਕਮਰੇ 'ਚੋਂ ਰਹੇ ਸੀ। ਮੈਮ ਤੁਸੀਂ ਵੀ ਸੁਣ ਲਓ, ਇਹ ਤੁਸੀਂ ਜਿਹੜੇ ਮੇਰੇ ਮਨ ਦੇ ਥਾਟਸ ਆ ਮੈਂ ਪਹਿਲੀ ਵਾਰ ਸ਼ੇਅਰ ਕਰਨ ਲੱਗਾ। ਤਾਂ ਇੱਕ ਵਾਰੀ ਮੇਰੇ ਮਨ 'ਚ ਥਾਟ ਜ਼ਰੂਰ ਆਇਆ ਸੀ ਦੀਪ ਸਿੱਧੂ ਨਾਲ ਜਦੋਂ ਗੱਲ ਕੀਤੀ ਕਿ ਕਰੋੜਾਂ ਦੀ ਪ੍ਰਾਪਰਟੀ ਹੈ, ਨਾਮ ਬਹੁਤ ਵੱਡਾ ਹੈ, ਵੱਡੇ ਕਲਾਕਾਰ ਹੈ, ਚਾਹੇ ਤਾਂ ਮਿੰਟਾਂ ਸਕਿੰਟਾਂ ਵਿੱਚ ਵਾਪਸ ਫਲਾਈਟ ਲੈ ਕੇ ਮੁੰਬਈ ਚਲੇ ਜਾਵੇ, ਆਪਣੀ ਜਿਹੜੀ ਉਹ ਲਗਜ਼ਰੀਅਸ ਲਾਈਫ ਜੀ ਰਿਹਾ ਜੀ ਸਕਦਾ, ਪਰ ਉਹ ਸਭ ਕੁਝ ਛੱਡ ਕੇ ਜੇ ਜੇਲ੍ਹ ਵੀ ਕੱਟਿਆ ਆ ਤਾਂ ਉਹਦੀ ਸੋਚ ਨੂੰ ਇੱਕ ਵਾਰੀ ਬਹਿ ਕੇ ਡੰਗਾਈ 'ਚ ਸੁਣਨਾ ਬਹੁਤ ਜ਼ਰੂਰੀ ਹੈ। ਕਿਉਂਕਿ ਅਸੀਂ ਇਕੱਲੀ ਇੱਕ ਇੰਟਰਵਿਊ ਕਰਕੇ ਜਾਂ ਅਸੀਂ ਇਕੱਲਾ 10 ਮਿੰਟ ਉਹਨਾਂ ਗੱਲ ਕਰਕੇ ਨਹੀਂ ਜਾਣ ਸਕਦੇ ਦੀਪ ਸਿੱਧੂ ਦੇ ਮਨ ਦੀ ਕੀ ਡੰਗਾਈ ਹੈ, ਕੀ ਸੋਚਦਾ। ਪਰ ਜੋ ਉਹਨਾਂ ਨੂੰ ਕੱਲ ਲੋਕਾਂ ਨੇ ਸਤਿਕਾਰ ਦਿੱਤਾ ਹੈ ਉਹ ਕਾਬਿਲੇ ਤਾਰੀਫ ਹੈ, ਉਹ ਸਤਿਕਾਰ ਉਹ ਡਿਜ਼ਰਵ ਕਰਦੇ ਨੇ। ਔਰ ਅਸੀਂ ਹੀ ਦਿਖਾਇਆ ਸੀ ਨਵਾਂ ਸ਼ਹਿਰ ਵਿੱਚ ਕਿ ਉਹਨਾਂ ਦੇ ਜਨਮ ਦਿਨ ਤੇ ਲੋਕਾਂ ਨੇ ਖੂਨਦਾਨ ਕੈਂਪ ਲਗਾਇਆ ਸੀ। ਤਾਂ ਉਹਨਾਂ ਦੇ ਦੇਖੋ ਜਨਮ ਦਿਨ ਤੇ ਲੋਕਾਂ ਨੇ ਖੂਨਦਾਨ ਕੈਂਪ ਲਗਾਏ ਤੇ ਘਰ ਘਰ ਇਹ ਰੀਤ ਪਹੁੰਚਾਉਣਾ ਚਾਹੁੰਦੇ ਸੀ ਉਹ ਕਿ ਦੀਪ ਸਿੱਧੂ ਦੀ ਸੋਚ ਨੂੰ ਜਿਹੜਾ ਆ ਆਪਾਂ ਬੁਲੰਦੀਆਂ ਤੱਕ ਲੈ ਕੇ ਜਾਈਏ। ਹਾਲਾਂਕਿ ਮੈਂ ਇਹ ਨਹੀਂ ਕਹਿੰਦਾ ਕਿ ਮੈਂ ਉਹਨਾਂ ਦੀ ਹਰ ਇੱਕ ਥਾਟ ਨਾਲ ਸਹਿਮਤ ਹਾਂ, ਪਰ ਉਹਦਾ ਦੀ ਕੁਰਬਾਨੀ ਜੇ ਆਪਾਂ ਕਹੀਏ ਕਿ ਲੋਕਾਂ ਨੂੰ ਜਗਾਉਣ ਦੀ ਯੂਥ ਜਿਹੜਾ ਸਵਾਲ ਪੁੱਛਣ ਲੱਗਾ ਹੈ ਸ਼ੰਭੂ ਮੋਰਚਾ ਜਦੋਂ ਉਹਨੇ ਸਭ ਤੋਂ ਪਹਿਲਾਂ ਲਾਇਆ ਤਾਂ ਲੋਕਾਂ ਨੂੰ ਜਗਾਇਆ ਬਹੁਤ ਹੈ ਉਹਨਾਂ ਨੇ, ਲੋਕਾਂ ਦੇ ਦਿਮਾਗ 'ਚ ਗੱਲਾਂ ਬਹੁਤ ਪਾਈਆਂ, ਲੋਕਾਂ ਨੂੰ ਇੱਕ ਫਰੀडम ਆਫ ਸਪੀਚ ਬਾਰੇ ਉਹਨਾਂ ਨੇ ਜ਼ਰੂਰ ਜਾਗਰੂਕ ਕੀਤਾ ਆ। ਤਾਂ ਇੱਕ ਵੱਡਾ ਇਨਸਾਨ ਸੀ, ਵੱਡਾ ਬੰਦਾ ਸੀ, ਉਹਦੀ ਡੂੰਘਾਈ ਨੂੰ ਹਲੇ ਭਾਪਣਾ ਬਹੁਤ ਜ਼ਰੂਰੀ ਸੀ ਔਰ ਹੋ ਸਕਦਾ ਉਹ ਪੰਜਾਬ ਦੀ ਲਈ ਜਿਹੜਾ ਚੇਂਜ ਕਰਨ ਲਈ ਬਹੁਤ ਵੱਡੇ ਉੱਦਮ ਕਰਦੇ। ਔਰ ਉਹਨਾਂ ਤੋਂ ਬਾਅਦ ਹੀ ਹੁਣ ਜਿਹੜੀਆਂ ਵੀਡੀਓਜ਼ ਵਾਇਰਲ ਹੋ ਰਹੀਆਂ ਸਿਮਰਜੀਤ ਸਿੰਘ ਮਾਨ ਹੋਣਾ ਦੀ ਉਹ ਵੀ ਮੈਂ ਦੇਖ ਰਿਹਾ ਹਾਂ ਔਰ ਕੁਝ ਕੁ ਤਸਵੀਰਾਂ ਹੋਰ ਦੇਖੀਆਂ ਕਿ ਕੁਝ ਉੱਘੇ ਕਲਾਕਾਰ ਵੀ ਹੁਣ ਉਹਨਾਂ ਨੇ ਬੀੜਾ ਚੱਕ ਲਿਆ ਕਿ ਉਹ ਸਿਮਰਜੀਤ ਸਿੰਘ ਮਾਨ ਹੋਣਾ ਦੀ ਕੈਂਪੇਨ ਕਰਨ ਅਮਰਗੜ੍ਹ ਜਾਣਗੇ। ਤੇ ਇਹ ਵੀ ਕਿਹਾ ਜਾ ਰਿਹਾ ਕਿ ਇਹ ਸ਼ਰਧਾਂਜਲੀ ਹੋਵੇਗੀ ਸਿਮਰਜੀਤ ਸਿੰਘ ਮਾਨ ਹੋਣਾ ਨੂੰ ਜਿਤਾ ਕੇ। ਇਹ ਉੱਘੇ ਕੁਝ ਕਲਾਕਾਰ ਕਹਿ ਰਹੇ ਨੇ ਤੇ ਬਹੁਤ ਸਾਰੇ ਲੋਕ ਕਹਿ ਰਹੇ ਨੇ, ਉਹਨਾਂ ਦੇ ਮਨ ਦੇ ਭਾਵ ਆ ਜਿਹੜੇ ਦੀਪ ਸਿੱਧੂ ਉਹਨਾਂ ਨਾਲ ਜੁੜੇ ਹੋਏ ਨੇ। ਪਰ ਜ਼ਰੂਰ ਇੱਕ ਗੱਲ ਜ਼ਰੂਰ ਹੈ ਕਿ ਦੀਪ ਸਿੱਧੂ ਦੀ ਜਿੱਦਣ ਡੈਥ ਹੋਈ ਆ ਉਸ ਸ਼ਾਮ ਤੋਂ ਲੈ ਕੇ ਹਾਲੇ ਤੱਕ ਧਿਆਨ ਉੱਥੇ ਹੀ ਆ, ਬਾਰ-ਬਾਰ ਉੱਧਰ ਹੀ ਜਾਂਦਾ। ਇੰਨੀ ਛੇਤੀ ਨਹੀਂ ਸੀ ਜਾਣਾ ਚਾਹੀਦਾ। ਹਾਲੇ ਉਹਨਾਂ ਨੇ ਸ਼ਾਇਦ ਉਹਨਾਂ ਦੇ ਵਿਚਾਰ ਜਿਹੜੇ ਆ ਉਹ ਆਮ ਜਨਤਾ ਤੱਕ ਡੰਗਾਈ ਨਾਲ ਪਹੁੰਚਣੇ ਬਹੁਤ ਜ਼ਰੂਰੀ ਸੀ। ਜੀ ਮੈਮ ਮੈਂ ਵਿਜੇ ਨਾਲ ਗੱਲ ਕਰਕੇ ਇੱਕ ਵਾਰ ਉਸ ਤੋਂ ਅਸੀਂ ਵੀਡੀਓ ਨੂੰ ਰੈਪ ਅਪ ਕਰ ਦਈਏ ਜੀ। ਜੀ ਤਾਂ ਠੀਕ ਹੈ, ਅਸੀਂ ਚੱਲਦੇ ਵੀਡੀਓ ਨੂੰ ਰੈਪ ਅਪ ਕਰਦੇ ਲੋ ਮੈਮ। ਔਰ ਇੱਕ ਬੇਨਤੀ ਫਿਰ ਤੋਂ ਇਹੀ ਹੈ ਕਿ ਲੀਡਰ ਤੁਹਾਨੂੰ ਭਾਪ ਗਏ ਆ, ਤੁਹਾਡੀ ਗੱਲ ਸਮਝ ਗਏ ਆ, ਤੁਹਾਡੇ ਸਵਾਲ ਹੀ ਸਟੇਜਾਂ ਤੋਂ ਬੋਲਣ ਲੱਗ ਪਿਆ, ਪਰ ਤੁਸੀਂ ਕਦ ਪੁੱਛੋਗੇ। ਪਰ ਮੈਂ ਹੁਣ ਇੱਕ ਦਿਨ ਹੀ ਰਹਿ ਗਿਆ, ਕੱਲ 18 ਤਰੀਕ ਰਹਿ ਗਈ ਹੈ। ਮੈਂ ਇਹੀ ਬੇਨਤੀ ਕਰੂੰਗਾ ਕਿ ਸਾਰੇ ਹੀ ਰਿਸਪੈਕਟਡ ਨੇ, ਲੇਕਿਨ ਏਜੰਡਾ ਕੀ ਸੀ, ਵਿਜ਼ਨ ਕੀ ਸੀ, ਸਮਝਣਾ ਬਹੁਤ ਜ਼ਰੂਰੀ ਸੀ। ਔਰ ਸੋਚ ਵਿਚਾਰ ਕਰਕੇ ਫੈਸਲਾ ਲਿਓ ਜੇ, ਕਿਉਂਕਿ ਫੈਸਲਾ ਬਹੁਤ ਵੱਡਾ ਹੈ, ਛੋਟਾ ਫੈਸਲਾ ਨਹੀਂ ਹੈ। ਔਰ ਜੇ ਤੁਸੀਂ ਕਿਸਮਤ ਬਦਲਣੀ ਹੈ ਤਾਂ ਤੁਹਾਨੂੰ ਜਾਨ ਲੈਣੀ ਪੈਣੀ ਹੈ, ਨਹੀਂ ਤਾਂ ਜਾਣ ਦਿਓ। ਕੋਈ ਫਿਰ 22 ਤੋਂ 27 ਵਿੱਚ ਇਹ ਨਾ ਕਲ ਪਿਓ ਕਿ ਅਸੀਂ ਵੋਟ ਕਿਉਂ ਪਾਈ ਹੈ, ਕਿਹਨੂੰ ਪਾਈ ਹੈ। ਹੁਣ ਫੈਸਲਾ ਲੈ ਕੇ ਪਾਇਓ, ਔਰ ਜੇ ਪਾ ਦਿੱਤੀ ਆ ਤਾਂ ਫਿਰ ਠੋਕ ਵਜਾ ਕੇ ਪਾਇਓ ਔਰ ਵੋਟ ਜ਼ਰੂਰ ਪਾਉਣੀ ਹੈ। ਕੁਝ ਕੁ ਹੋਰ ਐਰਰਸ ਜਿਹੜੇ ਸੀਗੇ ਸਾਡੇ ਤੱਕ ਪਹੁੰਚਿਆ, ਕੋਸ਼ਿਸ਼ ਕਰਾਂਗੇ ਕਿ ਉਹ ਵੀਡੀਓ ਤੁਹਾਡੇ ਤੱਕ ਵੀ ਲੈ ਕੇ ਆਈਏ। ਸਾਡੇ ਇੱਕ ਸੱਜਣ ਨੇ ਜਿਹੜੀ ਆਪਣੀ ਫੋਟੋ ਭੇਜੀ ਕਿ ਉਹਦੀ ਵੋਟ ਵੀ ਹੈ ਤੇ ਨਾਲ ਦੀ ਨਾਲ ਇੱਕ ਹੋਰ ਵੋਟ ਬਣ ਗਈ ਉਹਦੇ ਨਾਮ ਤੇ, ਉਹ ਕੀ ਕਨਫਿਊਜ਼ਨ ਹੈ, ਉਹ ਕੋਸ਼ਿਸ਼ ਕਰਦੇ ਹਾਂ ਉਸ ਵੀਰ ਨੂੰ ਕੈਮਰੇ ਦੇ ਅੱਗੇ ਲੈ ਕੇ ਆਈਏ ਤੇ ਗੱਲ ਤੁਹਾਡੇ ਤੱਕ ਪਹੁੰਚਾਈਏ। ਬਾਕੀ ਤੁਸੀਂ ਬਣੇ ਰਹਿਣਾ ਬੱਤੀ ਨਵਾਂ ਸ਼ਹਿਰ ਨਾਲ। ਆਪਣੇ ਛੋਟੇ ਵੀ ਦਿਨੇਸ਼ ਸੂਰੀ, ਕੈਮਰਾ ਪਰਸਨ ਵਿਜੇ ਕੁਮਾਰ ਤੇ ਨਵਜੋਤ ਕੌਰ ਨੂੰ ਦਿਓ ਇਜਾਜ਼ਤ। ਬਹੁਤ ਜਲਦ ਫਿਰ ਤੋਂ ਹਾਜ਼ਰ ਹੋਵਾਂਗੇ। ਸਤਿ ਸ਼੍ਰੀ ਅਕਾਲ।